ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ। ਆਓ ਅੱਜ ਫਿਰ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਸਵਾਗਤ ਹੈ ਜਸ ਪੰਜਾਬੀ ਦੇ ਪ੍ਰੋਗਰਾਮ ਸਾਹਿਤਕ ਤੰਦਾਂ ਦੇ ਵਿੱਚ। ਪਿਛਲੇ ਦਿਨੀ ਇੱਕ ਖੇਡ ਜਗਤ ਤੋਂ ਥੋੜੀ ਜਿਹੀ ਦੁਖਦਾਈ ਖਬਰ ਆਈ। ਥੋੜੀ ਮੈਂ ਇਸ ਕਰਕੇ ਕਿਹਾ ਕਿ ਅਸੀਂ ਕੁਦਰਤ ਦੇ ਉਹ ਜੀਵ ਹਾਂ ਜਿਨ੍ਹਾਂ ਦਾ ਧਰਤੀ ਤੇ ਆਉਣਾ ਵੀ ਤੈਅ ਹੈ ਔਰ ਸਾਡਾ ਜਾਣਾ ਵੀ ਤੈਅ ਹੈ, ਪਰੰਤੂ ਤੁਹਾਡੇ ਕਾਰਜ ਹਮੇਸ਼ਾ ਯਾਦ ਰੱਖੇ ਜਾਂਦੇ ਆ। ਦਿੱਲੀ ਤੋਂ ਖਬਰ ਆਈ ਕਿ ਸਾਡੇ ਸਾਬਕਾ ਖਿਡਾਰੀ ਔਰ ਬਹੁਤ ਕਮਾਲ ਦੇ ਅਦਾਕਾਰ ਮਿਸ ਪ੍ਰਵੀਨ ਕੁਮਾਰ ਜਿਨ੍ਹਾਂ ਨੇ ਭੀਮ ਦਾ ਰੋਲ ਅਦਾ ਕੀਤਾ ਸੀਗਾ ਔਰ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਬਖੇਰੀ ਸੀ, ਬੇਸਿਕਲੀ ਮੁੱਢ ਜੜ ਜਿਨ੍ਹਾਂ ਦੀ ਪੰਜਾਬ ਦੀ ਸੀ, ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇੱਥੋਂ ਰੁਖਸਤੀ ਜਿਹੜੀ ਕਰ ਗਏ, ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਇਹ ਸੂਚਨਾ ਤੁਹਾਡੇ ਲਈ ਇਸ ਕਰਕੇ ਦੇਣੀ ਜ਼ਰੂਰੀ ਸੀ ਕਿ ਸਾਹਿਤ ਦੀ ਤੰਦ ਜਦੋਂ ਆਪਾਂ ਤਣਦੇ ਹਾਂ, ਸਾਹਿਤ ਦੀ ਤੰਦ ਆਪਾਂ ਜਦੋਂ ਪਾਉਂਦੇ ਹਾਂ ਤਾਂ ਉਸ ਦੇ ਵਿੱਚ ਸਾਨੂੰ ਉਹਨਾਂ ਸਾਰੀਆਂ ਸ਼ਖਸੀਅਤਾਂ ਹਸਤੀਆਂ ਦਾ ਜ਼ਿਕਰ ਜ਼ਰੂਰ ਕਰਨਾ, ਜ਼ਿਕਰ ਔਰ ਫਿਕਰ ਦੋਵੇਂ ਜ਼ਰੂਰ ਕਰਨੇ ਪੈਣਗੇ ਜਿਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਬਣੀ ਔਰ ਜਿਨ੍ਹਾਂ ਨੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਔਰ ਨਿਭਾਉਂਦੇ ਉਹਨਾਂ ਦੇ ਕਾਰਜ ਉਹਨਾਂ ਦੇ ਨਾਂ ਤੋਂ ਵੱਡੇ ਹੋ ਗਏ। ਅੱਜ ਸਾਹਿਤ ਦੀ ਤੰਦ ਪਾਉਣ ਲੱਗਿਆ ਮੈਨੂੰ ਥੋੜ੍ਹਾ ਜਿਹਾ ਮਾਣ ਮਹਿਸੂਸ ਹੋ ਰਿਹਾ। ਮਾਣ ਇਸ ਕਰਕੇ ਕਿਉਂ ਜੋ ਮੇਰੇ ਨਾਲ ਮੇਰੇ ਸੱਜਣ ਬੈਠੇ ਨੇ ਉਹ ਇੱਕ ਤਾਂ ਮੇਰੇ ਪੁਰਾਣੇ ਮਿੱਤਰ, ਦੂਜੀ ਗੱਲ ਪੀੜ੍ਹੀ ਸਾਡੇ ਵਾਲੀ ਕਿ ਸਾਡਾ ਇੱਕ ਨੌਜਵਾਨ, ਅਗਲੇਰੀ ਗੱਲ ਸਾਡੇ ਨੌਜਵਾਨ ਦੀਆਂ ਹੁਣ ਤੱਕ ਕਿਤਾਬਾਂ ਦੀ ਜਦੋਂ ਗਿਣਤੀ ਕਰਦੇ ਹਾਂ ਤਾਂ 7 ਕਿਤਾਬਾਂ ਆ ਚੁੱਕੀਆਂ, 3-4 ਹਜੇ ਪਿੱਛੇ ਰੇਲ ਦੀ ਲੀਹ ਦੇ ਉੱਤੇ ਡੱਬਿਆਂ ਵਾਂਗੂ ਤੁਰੀਆਂ ਆ ਰਹੀਆਂ ਨੇ। ਔਰ ਉਸ ਤੋਂ ਅਗਲੇਰੀ ਖੁਸ਼ੀ ਵਾਲੀ ਗੱਲ ਕਿ ਜਿੰਨੀਆਂ ਵੀ ਕਿਤਾਬਾਂ ਆਈਆਂ ਵਾਰਤਕ ਰੂਪ ਦੇ ਵਿੱਚ ਆਈਆਂ, ਪਰੰਤੂ ਜੁੜੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਇਨਫੋ ਯਾਨੀ ਕਿ ਇਨਫੋਰਮੇਟਿਵ ਸੂਚਨਾ ਦੇ ਨਾਲ ਜੁੜੀਆਂ ਹੋਈਆਂ, ਖੇਡ ਜਗਤ ਨਾਲ ਜੁੜੀਆਂ ਹੋਈਆਂ। ਇਸ ਤਰੀਕੇ ਨਾਲ ਉਹ ਕਿਤਾਬਾਂ ਦੀ ਬੁਣਤੀ ਔਰ ਬਣਤਰ ਬਣੀ ਕਿ ਉਹ ਸਾਰੀਆਂ ਹੀ ਸਰਾਹੀਆਂ ਗਈਆਂ। ਸੋ ਇਹ ਖੁਸ਼ੀ ਦਾ ਸਬੱਬ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਸਾਹਿਤ ਦੀ ਜਦੋਂ ਅੱਜ ਮੈਂ ਸਾਂਝ ਪਾ ਰਿਹਾ ਤਾਂ ਪਹਿਲਾਂ ਮੈਂ ਸਵਾਗਤ ਕਰਦਾ ਸਾਡੇ ਬਹੁਤ ਪੁਰਾਣੇ ਮਿੱਤਰ ਅਜੀਜ਼ ਬਾਈ ਨਵਦੀਪ ਸਿੰਘ ਗਿੱਲ ਹੋਰਾਂ ਦਾ। ਬਾਈ ਜੀ ਬਹੁਤ ਸਵਾਗਤ ਜੀ ਆਇਆ। ਸਤਿ ਸ਼੍ਰੀ ਅਕਾਲ ਬਾਈ ਪ੍ਰਿੰਸ ਜੀ, ਕਿਵੇਂ ਹੋ? ਬਹੁਤ ਸ਼ੁਕਰੀਆ। ਸਿਹਤ ਠੀਕ ਹੈ? ਬਹੁਤ ਵਧੀਆ ਵੀਰ। ਹਾਂਜੀ ਯਾਰ ਤੇਰੀ ਮੁਸਕਾਨ ਬੜੀ ਪਿਆਰੀ ਲੱਗਦੀ ਹੈ, ਬੰਦੇ ਦੇ ਹਾਸੇ ਐਂ ਹੀ ਰਹਿਣੇ ਚਾਹੀਦੇ। ਬਿਲਕੁਲ ਬਾਈ ਜੀ, ਦੇਖੋ ਜ਼ਿੰਦਗੀ ਹੱਸਦੇ ਖੇਡਦੇ ਗੁਜ਼ਰਨੀ ਚਾਹੀਦੀ ਆ ਤੇ ਜਗ ਜਿਉਂਦਿਆਂ ਦੇ ਮੇਲੇ ਨੇ, ਜਗ ਜਿਉਂਦਿਆਂ ਦੇ ਮੇਲੇ ਤੇ ਹੱਸਦੇ ਖੇਡਦੇ ਜ਼ਿੰਦਗੀ ਜਿੰਨਾ ਜਾਓਗੇ ਸੋਰੀ ਵਧੀਆ ਕੀ। ਤੇ ਬਾਕੀ ਹੱਸਦਿਆਂ ਦੇ ਘਰ ਵਸਦੇ ਕੰਮ ਅਸੀਂ ਸੁਣਦੇ ਆ। ਇਹ ਮਤਲਬ ਕਿ ਫੰਡਾ ਹੋਣਾ ਚਾਹੀਦਾ ਤੁਹਾਡਾ, ਇਹ ਫੰਡਾ ਹੋਣਾ ਚਾਹੀਦਾ ਜ਼ਿੰਦਗੀ ਦਾ ਨਾ, ਕਿਉਂ ਐਵੇਂ ਮਤਲਬ ਸਿਰ ਸੁੱਟ ਕੇ ਬੈਠਣਾ। ਹਾਂਜੀ ਹਾਂਜੀ ਦੋਸਤੋ, ਪਿਆਰੇ ਦਰਸ਼ਕੋ, ਤੁਹਾਨੂੰ ਆ ਕਿਤਾਬਾਂ ਦੇ ਜਿੰਨੇ ਮੇਰੀਆਂ ਕਿਤਾਬਾਂ ਨਜ਼ਰ ਆ ਰਹੀਆਂ ਨੇ, ਮੇਰੇ ਕੋਲੇ 7 ਦੇ ਕਰੀਬ ਜਿਹੜੀਆਂ ਕਿਤਾਬਾਂ ਪਈਆਂ, ਇਹ ਬਾਈ ਨਵਦੀਪ ਦੀ ਸਿਰਜਣਾ ਹੈ, ਨਵਦੀਪ ਸਿੰਘ ਗਿੱਲ ਹੋਰਾਂ ਦੀ ਸਿਰਜਣਾ ਹੈ ਔਰ ਇਹ ਸਿਰਜਣ ਪ੍ਰਕਿਰਿਆ ਲਗਾਤਾਰਤਾ ਦੇ ਨਾਲ ਬਣੀ ਹੋਈ ਹੈ। ਪਰ ਮੁੱਢਲੇ ਸਵਾਲਾਂ ਤੋਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਮੁੱਢਲੇ ਸਵਾਲ ਜਿਹੜੇ ਮੈਂ ਹਰੇਕ ਨੂੰ ਪੁੱਛਦਾ ਹੁੰਦਾ, ਪਰ ਇਸ ਦੇ ਵਿੱਚ ਰੌਚਕਤਾ ਹੋਣੀ ਬਹੁਤ ਜ਼ਰੂਰੀ ਹੈ। ਇਹ ਮੈਨੂੰ ਲੱਗਦਾ ਕਿ ਇਹ ਸਵਾਲ ਉਵੇਂ ਨਾ ਹੋ ਜਾਣ ਜਿਵੇਂ ਅਸੀਂ ਕਿਸੇ ਇੰਟਰਵਿਊ ਦੇ ਉੱਤੇ ਬੈਠ ਕੇ ਉਹ ਸਵਾਲ ਕਰ ਰਹੇ ਹੋਈਏ, ਉਵੇਂ ਨਹੀਂ ਹੋਣੇ ਚਾਹੀਦੇ। ਬਾਈ ਨਵਦੀਪ ਬਾਈ, ਮੈਨੂੰ ਇਹ ਤਾਂ ਪਤਾ ਕਿ ਤੁਸੀਂ ਪੰਜਾਬ ਦੇ ਉਸ ਹਾਰਟ ਨੂੰ ਬਿਲੋਂਗ ਕਰਦੇ ਹੋ ਜਿਹਨੂੰ ਮਾਲਵਾ ਕਿਹਾ ਜਾਂਦਾ, ਪਰ ਬੰਦੇ ਦੀ ਇੱਕ ਜੜ ਲੱਗੀ ਹੁੰਦੀ ਹੈ ਕਿਤੇ। ਉਹ ਜੜ ਦੀ ਮੋੜੀ ਬਾਈ ਨਵਦੀਪ ਸਿੰਘ ਗਿੱਲ ਹੋਰਾਂ ਦੀ ਕਿੱਥੋਂ ਲੱਗਦੀ ਹੈ? ਪਰਿਵਾਰਕ ਪਿਛੋਕੜ ਤੋਂ ਲੈ ਕੇ ਪਿੰਡ ਪਿਛੋਕੜ ਤੱਕ, ਫਿਰ ਸਿੱਖਿਆ ਸੰਸਥਾਵਾਂ ਦੇ ਵਿੱਚੋਂ ਦੀ ਹੋ ਕੇ ਸਫ਼ਰ, ਉਹ ਕਿਵੇਂ ਪੂਰਾ ਹੁੰਦਾ ਬਾਈ ਨਵਦੀਪ ਦਾ? ਦੇਖੋ ਜੀ, ਮੈਨੂੰ ਸਭ ਤੋਂ ਵੱਡਾ ਮਾਣ ਇਸ ਗੱਲ ਦਾ ਗਾ, ਮੈਂ ਸ਼ਹਿਣੇ ਪਿੰਡ ਦਾ ਜੰਮਪਲ ਹਾਂ ਜਿੱਥੇ ਬਲਵੰਤ ਗਾਰਗੀ ਦਾ ਜਨਮ ਹੋਇਆ। ਮਤਲਬ ਕਿ ਮੈਂ ਬੜਾ ਪ੍ਰਾਊਡਲੀ ਜਦੋਂ ਵੀ ਕਿਤੇ ਆਪਦੇ ਫੀਲਡ ਦੇ ਵਿੱਚ ਵਿਚਰਦਾਗਾ ਤਾਂ ਮੈਂ ਅਕਸਰ ਕਹਿੰਦਾ ਵੀ ਮੈਂ ਉਸ ਪਿੰਡ ਦਾ ਜੰਮਪਲ ਹਾਂ ਜਿੱਥੇ ਬਲਵੰਤ ਗਾਰਗੀ ਦਾ ਬਰਥ ਹੋਇਆ ਸੀ, ਉਹ ਨਹਿਰੀ ਰਾਮ ਘਰ ਦੇ ਵਿੱਚ ਜੀ। ਬਿਲਕੁਲ। ਤੇ ਫਿਰ ਬਰਨਾਲਾ ਦੇ ਵਿੱਚ ਬਸ ਕੇ ਪੇਰੈਂਟਸ ਮੇਰੇ ਟੀਚਰ ਸੀ ਜੀ, ਤੇ ਖੇਡਾਂ ਦੀ ਗੁੜਤੀ ਮੈਨੂੰ ਘਰ ਚੋਂ ਮਿਲੀ, ਨਾਲ ਹੀ ਮੈਨੂੰ ਮੀਡੀਆ ਦੀ ਗੁੜਤੀ ਕਹਿ ਲਾਂ। ਮੇਰੇ ਫਾਦਰ ਸੁਰਜੀਤ ਸਿੰਘ ਗਿੱਲ ਡੀਪੀ ਮਾਸਟਰ ਰਿਟਾਇਰ ਹੋਇਆ, ਮੇਰੇ ਚਾਚਾ ਜੀ ਜਗਤਾਰ ਸਿੰਘ। ਸਾਡੇ ਘਰ 'ਚ ਮਸ਼ਹੂਰ ਹੁੰਦੀ ਸੀ ਗੱਲ ਵੀ ਜਦੋਂ ਇਹਨਾਂ ਦੇ ਘਰ ਜਦੋਂ ਅਖਬਾਰ ਹੁੰਦਾ ਨਾ, ਇਹ ਅਖਬਾਰ ਦਾ ਪੂਰਾ ਪਾਣੀ ਕੱਢ ਦਿੰਦੇ ਆ, ਕਿ ਟਾਈਟਲ ਪੰਨੇ ਤੋਂ ਲੈ ਕੇ ਐਂਡ ਦੇ ਪਬਲਿਸ਼ਰ ਦੇ ਨਾਂ ਤੱਕ ਨਿਚੋੜ ਦਿੰਦੇ ਆ। ਸਾਡੇ ਘਰਾਂ 'ਚ ਮਤਲਬ ਕਿ ਸ਼ੁਰੂ ਤੋਂ ਸਾਡੇ ਘਰ 'ਚ ਅਖਬਾਰ ਆਉਂਦਾ ਸੀਗਾ। ਪੰਜਾਬੀ ਟ੍ਰਿਬਿਊਨ ਤਾਂ 78 ਤੋਂ ਛਪ ਰਿਹਾ, ਆਪਣੀ ਦੇਸ਼ ਸੇਵਕ ਤੋਂ ਸਾਂਝ ਪਈ ਆ, ਦੇਸ਼ ਸੇਵਕ ਸਾਡੇ ਘਰ ਜਦੋਂ ਛਪਣ ਲੱਗਾ ਉਦੋਂ ਆਉਂਦਾ। ਤੇ ਫਾਦਰ ਮੇਰੇ ਸਪੋਰਟਸ ਟੀਚਰ ਸੀ, ਖੇਡਾਂ ਵੀ ਤੇ ਸਾਹਿਤ ਵੀ, ਤੇ ਇਹਨਾਂ ਦੀ ਨਾਲ ਜੁੜਾਓ ਨੈਚੁਰਲੀ ਹੋਇਆ। ਤੇ ਇਸ ਕਰਕੇ ਰਹੀ ਗੱਲ ਮੇਰੇ ਸਫ਼ਰ ਦੀ, ਅਲੱਗ-ਅਲੱਗ ਸਕੂਲਾਂ 'ਚ ਮੈਂ ਪੜ੍ਹਦਾ ਆਇਆ, ਸਰਕਾਰੀ ਸਕੂਲ ਟਾਟ ਵਾਲੇ ਸਕੂਲਾਂ 'ਚ ਪੜ੍ਹਿਆ, ਸੀਮਾ ਜੋਧਪੁਰ ਸਕੂਲ। ਮੈਨੂੰ ਖੇਡਾਂ ਨਾਲ ਫਾਦਰ ਸਾਹਿਬ ਨੇ ਜੋੜਤਾ ਜੀ। 1988 ਦੇ ਵਿੱਚ ਸਿਓਲ ਓਲੰਪਿਕਸ ਹੋਈਆਂ,
ਤਾਂ ਅਸੀਂ ਘਰ 'ਚ ਰੰਗਦਾਰ ਟੈਕਸ ਵਾਲਾ ਟੀਵੀ ਲੈ ਕੇ ਆਏ ਸੀ ਖੇਡਾਂ ਦੇਖਣ ਵਾਸਤੇ। ਉਦੋਂ ਸ਼ੁਰੂਆਤਾਂ ਸੀਗੀਆਂ ਟੀਵੀ ਦੀਆਂ ਰੰਗਦਾਰ ਦੀਆਂ। ਆਮ ਤੌਰ ਤੇ ਘਰਾਂ 'ਚ ਪੇਰੈਂਟਸ ਬੱਚਿਆਂ ਨੂੰ ਟੀਵੀ ਦੇਖਣ ਤੋਂ ਰੋਕਦੇ ਆ ਨਾ, ਪਰ ਸਾਡੇ ਘਰ 'ਚ ਇੱਕ ਉਲਟ ਸੀ, ਸਾਨੂੰ ਟੀਵੀ ਦੇਖਣ ਨੂੰ ਕਹਿੰਦੇ ਸੀ ਸਪੋਰਟਸ ਦੇਖੋ। ਦੈਟਸ ਗੁੱਡ। ਫਾਦਰ ਮੇਰੇ ਅਕਸਰ ਅਸੀਂ ਸਪੋਰਟਸ ਤੇ ਡਿਸਕਸ ਵੀ ਕਰਦੇ ਸੀ। ਜਦੋਂ ਮੋਨਿਕਾ ਸੈਲਸ ਤੇ ਸਟੈਫੀ ਗ੍ਰਾਫ ਦਾ ਮੈਚ ਹੋਇਆ ਨਾ, ਤਾਂ ਅਸੀਂ ਮਗਰੋਂ ਡਿਸਕਸ ਵੀ ਕਰਦੇ ਕਿਹਨੇ ਕਿਹਨੇ ਏਸ ਲਗਾਏ। ਜੇ ਉਸ ਵੇਲੇ ਮਾਈਕਲ ਜੌਨਸਨ ਰੇਸ ਦੌੜ ਰਿਹਾ, ਜੇ ਧਨਰਾਜ ਪਿੱਲੇ ਖੇਡ ਰਿਹਾ ਜਾਂ ਮੈਰਾਡੋਨਾ ਖੇਡ ਰਿਹਾ, ਤਾਂ ਮੈਂ ਤੇ ਮੇਰੇ ਫਾਦਰ ਮਗਰੋਂ ਡਿਸਕਸ ਵੀ ਕਰਦੇ ਸੀ ਮੈਰਾਡੋਨਾ ਨੇ ਅੱਜ ਕਿੰਨੇ ਗੋਲ ਕੀਤੇ। ਗੁੱਡ। ਉਹ ਪੇਲੇ ਦੇ ਫੈਨ ਸੀ, ਮੈਂ ਮੈਰਾਡੋਨਾ ਦਾ ਫੈਨ। ਓਕੇ, ਮਤਲਬ ਉਹ ਗੈਰੀ ਸੌਬਰ ਦੀ ਗੱਲ ਕਰਿਆ ਕਰਨ, ਮੈਂ ਕਪਲਦੀਪ ਦੀ ਗੱਲ ਕਰਿਆ ਕਰਾਂ। ਮਤਲਬ ਕਿ ਉਹ ਅਜੀਤਪਾਲ ਦੀ ਗੱਲ ਕਰਿਆ ਕਰਨ, ਬਲਵੀਰ ਸਿੰਘ ਦੀ, ਮੈਂ ਧਨਰਾਜ ਪਿੱਲੇ ਦੀ ਗੱਲ ਕਰਿਆ ਕਰਾਂ। ਮਤਲਬ ਕਿ ਸਾਡੇ 'ਚ ਡਿਸਕਸ਼ਨ ਵੀ ਖੇਡਾਂ ਦੀ ਹੋਇਆ ਕਰਨੀ। ਫਾਦਰ ਸਾਹਿਬ ਨੂੰ ਰਿਕਾਰਡ ਸਾਂਭਣ ਦਾ ਬਹੁਤ ਆਸ ਸੀ। ਉਹਨਾਂ ਕੋਲੇ ਪੁਰਾਣੀਆਂ ਕਟਿੰਗਸ ਰੱਖੀਆਂ ਹੋਣੀਆਂ। 72 ਮਿਊਨਿਖ 올림픽 'ਚ ਜਦੋਂ 5 ਸਤੰਬਰ ਨੂੰ ਇਜ਼ਰਾਈਲ ਦੇ ਖਿਡਾਰੀ ਮਾਰੇ ਗਏ, ਉਸ ਅਖਬਾਰ ਦੀ ਕਟਿੰਗ ਵੀ ਸਾਡੇ ਘਰੇ ਰੱਖੀ ਹੋਈ ਆ। ਜਦੋਂ ਸਟੈਫੀ ਗ੍ਰਾਫ ਦੇ 4 ਗ੍ਰੈਂਡ ਸਲੈਮ ਤੇ ਸਿਓਲ 올림픽 'ਚ ਗੋਲਡ ਆਇਆ, ਜਿਹਨੂੰ ਗੋਲਡਨ ਸਲੈਮ ਕਹਿੰਦੇ ਆ, ਉਹ ਕਟਿੰਗ ਸਾਡੇ ਘਰੇ ਰੱਖੀ ਹੋਈ ਆ। ਬ੍ਰਾਇਨ ਲਾਰਾ ਨੇ ਉਹਨਾਂ ਦਿਨਾਂ 'ਚ ਇੱਕ ਵਾਰੀ 501 ਰਨ ਮਾਰੇ ਸੀ ਕਾਊਂਟੀ ਕ੍ਰਿਕਟ 'ਚ, ਉਹ ਵੀ ਅੱਧੇ ਪੇਜ ਦਾ ਅਖਬਾਰ ਦੀ ਕਟਿੰਗ ਰੱਖੀ। ਮਤਲਬ ਕਿ ਉਹ ਮੈਂ ਦੇਖਦਾ ਆ ਰਿਹਾ ਸੀ, ਅਚੇਤ ਮਨ 'ਚ ਮੇਰੇ ਉਹ ਗੱਲਾਂ ਪਈਆਂ ਸੀਗੀਆਂ। ਇੱਕ ਹੋਰ ਮੈਂ ਇੰਟਰਸਟਿੰਗ ਗੱਲ ਦੱਸਾਂ, ਮੇਰੇ ਇੱਕ ਕਜ਼ਨ ਦਾ ਬਰਥ ਹੋਇਆ 72 'ਚ, ਉਹਦੇ ਨਾਮ ਮੇਰੇ ਫਾਦਰ ਨੇ ਬਲਵੀਰ ਰੱਖਤਾ ਹਾਕੀ ਦੇ ਨਾਮ ਤੇ। ਓਕੇ, ਹਾਂ, ਬਲਵੀਰ ਸਿੰਘ ਹਾਕੀ ਵਾਲਾ। 75 'ਚ ਅਸੀਂ ਹਾਕੀ ਵਰਲਡ ਕੱਪ ਜਿੱਤਿਆ। 76 'ਚ ਇੱਕ ਮੇਰੇ ਕਜ਼ਨ ਦਾ ਬਰਥ ਹੋਇਆ, ਉਹਦਾ ਨਾਮ ਮੇਰੇ ਫਾਦਰ ਨੇ ਅਜੀਤਪਾਲ ਰੱਖਿਆ। ਨਾਮ ਵੀ ਸਾਡੇ ਘਰਾਂ ਉਸ ਤਰ੍ਹਾਂ ਰੱਖੇ ਜਾਂਦੇ ਸੀ। ਤੇ ਉਹ ਗੱਲਾਂ ਸਿਹਤਮੰਦ ਸੀਗੀਆਂ। ਟੀਵੀ ਦੇਖਦਾ ਰਹਿੰਦਾ ਸੀ ਮੈਂ। ਖੇਡਾਂ 'ਚ ਵੀ ਸੀ, ਐਥਲੈਟਿਕਸ ਤੇ ਫੁੱਟਬਾਲ ਮੇਰੀ ਆਪ ਦੀ ਗੇਮ ਸੀ। ਫੁੱਟਬਾਲ ਵੀ ਖੇਡਦੇ ਸੀਗੇ। SD ਕਾਲਜ ਬਰਨਾਲੇ ਜਦੋਂ ਮੈਂ ਪੜ੍ਹਦਾ ਸੀਗਾ, ਪ੍ਰੋਫੈਸਰ ਰਵਿੰਦਰ ਭੱਠਲ ਮੇਰੇ ਗੁਰੂ ਸੀ। ਪ੍ਰੋਫੈਸਰ ਸਰਬਜੀਤ ਔਲਖ ਜੋ ਇਸ ਦੁਨੀਆ 'ਚ ਨਹੀਂ ਰਹੇ, ਉਹ ਮੇਰੇ ਟੀਚਰ ਸੀ। ਦੋਵੇਂ ਮਹਾਨ ਹਸਤੀਆਂ। ਮੈਂ ਬਾਈ ਨੂੰ ਇੱਕ ਮਿੰਟ ਲਈ ਰੋਕਣਾ ਚਾਹਾਂਗਾ। ਦੋਵੇਂ ਕਮਾਲ ਦੀਆਂ ਹਸਤੀਆਂ, ਪ੍ਰੋਫੈਸਰ ਭੱਠਲ ਔਰ ਮੇਰੇ ਮਿੱਤਰ ਸਰਬਜੀਤ ਔਲਖ ਹੋਰਾਂ ਦੀ ਗੱਲ ਕੀਤੀ ਹੈ। ਕਮਾਲ ਦੀਆਂ ਸ਼ਖਸੀਅਤਾਂ, ਕਮਾਲ ਦੇ ਖੂਬਸੂਰਤ ਇਨਸਾਨ, ਬਹੁਤ ਹੀ ਉੱਚਤਮ ਅਧਿਆਪਕ, ਔਰ ਆਪਣੇ ਵਿਦਿਆਰਥੀਆਂ ਨਾਲ ਉਹਨਾਂ ਦੀ ਸਾਂਝ ਇਹ ਹੁੰਦੀ ਸੀ ਕਿ ਮਿੱਤਰਤਾ ਦਾ ਵੀ ਰਿਸ਼ਤਾ ਹੈ ਔਰ ਰਾਹ ਦਸੇਰੇ ਦਾ ਰਿਸ਼ਤਾ ਵੀ। ਸ਼ਾਇਦ ਇਸੇ ਕਰਕੇ ਬਾਈ ਜੀ ਹੋਰੀ ਜਦੋਂ ਨਾਮ ਲੈ ਰਹੇ ਹੈ, ਨਵਦੀਪ ਗਿੱਲ ਨਾਮ ਲੈ ਰਹੇ ਨੇ, ਅਦਬ ਨਾਲ ਨਾਮ ਲੈ ਰਹੇ ਨੇ, ਔਰ ਮੇਰਾ ਵੀ ਇਹ ਫਰਜ਼ ਬਣਦਾ ਕਿ ਜੇ ਸ਼ਹਿਰ ਬਰਨਾਲੇ SD ਕਾਲਜ ਬਰਨਾਲੇ ਦੀ ਗੱਲ ਹੋ ਰਹੀ ਹੈ, ਦੋ ਇਹਨਾਂ ਮਹਾਨ ਸ਼ਖਸੀਅਤਾਂ ਦੀ ਗੱਲ ਹੋ ਰਹੀ ਹੈ, ਰਾਹ ਦਸੇਰਿਆਂ ਦੀ ਗੱਲ ਹੋ ਰਹੀ ਹੈ, ਤਾਂ ਫਿਰ ਬਰਨਾਲੇ ਦੇ ਉਹਨਾਂ ਸੱਜਣਾਂ ਦੀ ਗੱਲ ਵੀ ਪਾ ਦਈਏ ਕਿ ਰਾਮ ਸਰੂਪ ਅਣਖੀ ਦਾ ਵੀ ਕਾਰਜ ਖੇਤਰ ਬਰਨਾਲਾ ਰਿਹਾ ਹੈ। ਔਰ ਬਰਨਾਲਾ ਓਮ ਪ੍ਰਕਾਸ਼ ਗਾਸੋ ਸਾਹਿਬ, ਪ੍ਰੋਫੈਸਰ ਰਵਿੰਦਰ ਗਾਸੋ ਹੋ ਰਹੀ, ਉਹ ਸਾਰੇ ਮਤਲਬ ਇੱਕ ਪਿਰਤ, ਇਹ ਉਸ ਪਰਿਵਾਰ ਦੇ ਜੀ ਨੇ। ਸ਼ਹਿਰ ਦੀ ਫੁਲਵਾੜੀ ਹੈ ਬਰਨਾਲਾ। ਜੀ ਬਾਈ ਪਲੀਜ਼ ਕੰਟੀਨਿਊ। ਤੇ ਮੈਂ ਜਦੋਂ ਕਾਲਜ ਦੇ ਵਿੱਚ ਪੜ੍ਹਦਾ ਸੀ, ਸਪੋਰਟਸ ਦਾ ਮੈਨੂੰ ਸ਼ੌਂਕ ਸੀ, ਤੇ ਮੈਂ ਪ੍ਰਿੰਸੀਪਲ ਸਰਵਨ ਸਿੰਘ ਦੇ ਰਾਈਟ ਅਪ ਪੜ੍ਹਦਾ ਸੀਗਾ। ਉਦੋਂ ਤੱਕ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਿਆ ਨਹੀਂ ਸੀ ਕਦੇ, ਪਰ ਉਹਨਾਂ ਦੇ ਮੈਂ ਸਾਰੇ ਆਰਟੀਕਲ ਪੜ੍ਹਨੇ, ਉਹਨਾਂ ਦੀ ਕਿਤਾਬਾਂ ਪੜ੍ਹਨੀਆਂ। ਇੱਕ ਵਾਰੀ ਵੈਸੀ ਕਲਾਸ ਦੇ ਵਿੱਚ ਪ੍ਰੋਫੈਸਰ ਰਵਿੰਦਰ ਭੱਠਲ ਨੇ ਸਵਾਲ ਕੀਤਾ ਵੀ ਕਿਸੇ ਨੇ ਸਿਲੇਬਸ ਤੋਂ ਬਾਹਰਲੀ ਕਿਤਾਬ ਕੋਈ ਪੜ੍ਹੀ ਆ ਪੰਜਾਬੀ ਦੀ? ਪੰਜਾਬੀ ਦਾ ਸਾਡਾ ਸੀਗਾ। ਤਾਂ ਮੈਂ ਬੜੇ ਮਾਣ ਨਾਲ 4-5 ਕਿਤਾਬਾਂ ਦੇ ਨਾਮ ਲਏ। ਖੇਡ ਜਗਦੀਆਂ ਬਾਤਾਂ, ਅੱਖੀ ਵੇਖਣਾ ਰੱਜੀਆਂ, ਉੱਗੇ ਖਿਡਾਰੀ। ਤਾਂ ਮੈਨੂੰ ਉਹਨਾਂ ਨੇ ਹਾਸੇ 'ਚ ਕਿਹਾ, ਕਹਿੰਦੇ ਪ੍ਰਿੰਸੀਪਲ ਸਰਵਨ ਸਿੰਘ ਤੋਂ ਬਿਨਾਂ ਹੋਰ ਕੋਈ ਪੜ੍ਹਿਆ? ਮੈਂ ਕਿਹਾ ਜੀ ਮੈਂ ਤਾਂ ਪ੍ਰਿੰਸੀਪਲ ਸਰਵਨ ਸਿੰਘ ਨੂੰ ਪੜ੍ਹਿਆ ਹੈਗਾ, ਜਾਂ ਚੱਲ ਤੂਤਾ ਵਾਲਾ ਖੂਹ ਸਿਲੇਬਸ 'ਚ ਲੱਗਿਆ ਪੜ੍ਹਿਆ। ਤੇ ਉਹ ਬੜੇ ਹਾਸੇ। ਕਹਿੰਦੇ ਉਹਨਾਂ ਦੀ ਹੋਰ ਕਿਤਾਬਾਂ ਵੀ ਬਹੁਤ ਨੇ, ਲਾਹੌਰ ਬੁੱਕ ਸ਼ਾਪ ਨੇ ਛਾਪੀਆਂ, ਮੈਂ ਹੋਰ ਕਿਤਾਬਾਂ ਲੁਧਿਆਣੇ ਤੋਂ ਮੰਗਾਈਆਂ। ਪ੍ਰੋਫੈਸਰ ਸਰਬਜੀਤ ਔਲਖ ਸਾਡੇ, ਉਹਨਾਂ ਨੇ ਮੈਨੂੰ ਕਹਿਣਾ ਵੀ ਵਧੀਆ ਮੋਟੀਵੇਟ ਕਰਨਾ ਲਿਟਰੇਚਰ ਵਾਲੇ ਪਾਸੇ। ਤਾਂ ਉਹਨਾਂ ਦਿਨਾਂ ਸਾਡੇ ਕਾਲਜ ਦਾ ਮੈਗਜ਼ੀਨ ਛਪਦਾ ਸੀ, ਤੇ ਮੈਂ ਕਾਲਜ ਦੇ ਮੈਗਜ਼ੀਨ 'ਚ ਮੈਨੂੰ ਆਇਆ ਸੀ ਮੇਰਾ ਆਰਟੀਕਲ ਛਪੇ, ਮੈਂ ਇੱਧਰੋਂ ਉੱਧਰੋਂ ਨਾ ਇਨਫੋਰਮੇਸ਼ਨ ਜੀ ਲੈ ਕੇ ਇੱਕ ਕੱਚ ਘੱਟ ਜਿਹਾ ਲਿਖ ਕੇ ਦਿੱਤਾ। ਬਈ ਮੈਂ ਤੁਹਾਨੂੰ ਇੱਥੇ ਪੌਜ਼ ਕਰੂੰਗਾ, ਪੌਜ਼ ਮਤਲਬ ਇਹ ਪੌਜ਼ ਦੱਬਤਾ ਕਿਉਂਕਿ ਹੁਣ ਮੈਨੂੰ ਉੱਧਰੋਂ ਬ੍ਰੇਕ ਦਾ ਹੁਕਮ ਆ ਗਿਆ। ਔਰ ਪਿਆਰੇ ਦਰਸ਼ਕੋ, ਇਸ ਪੌਜ਼ ਨੂੰ ਜਦੋਂ ਚੱਕਾਂਗੇ ਇੱਥੋਂ ਹੀ ਪਲੇ ਕਰਾਂਗੇ ਕਾਲਜ ਦੇ ਮੈਗਜ਼ੀਨ ਤੋਂ, ਔਰ ਕੱਚ ਘੱਟ ਜਿਹਾ ਇੱਕ ਆਰਟੀਕਲ ਜਿਹੜਾ ਇੱਕ ਨੀਂਹ ਬਣਿਆ ਫਿਰ ਇਹਨਾਂ ਕਿਤਾਬਾਂ ਦੇ ਸਿਰਜਣ ਦੀ ਪ੍ਰਕਿਰਿਆ ਦੀ ਜਿਹੜੀ ਨੀਂਹ ਬਣਦੀ ਹੁੰਦੀ ਹੈ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ ਤੇ ਪਾਵਾਂਗੇ ਸਹਿਤ ਦੀ ਤੰਦ ਬਾਈ ਨਵਦੀਪ ਸਿੰਘ ਗਿੱਲ ਹੋਰਾਂ ਦੇ ਨਾਲ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ। ਪ੍ਰੋਗਰਾਮ ਚੱਲ ਰਿਹਾ ਸਾਹਿਤਕ ਤੰਦਾਂ ਤੇ ਸਹਿਤ ਦੀ ਤੰਦ ਪਾਈ ਹੋਈ ਆ। ਹਾਲਾਂਕਿ ਪਿਛਲੀ ਵਾਰੀ ਮੈਨੂੰ ਹਮਦਰਦ ਕੰਵਲ ਸਾਹਿਬ ਕਹਿ ਕੇ ਗਏ ਸੀ, ਅਜੀਤ ਕੰਵਲ ਹਮਦਰਦ ਹੋ ਰਹੀ, ਕਿ ਇਹ ਸਹਿਤ ਦੀ ਤੰਦ ਕਹਿਣਾ ਪ੍ਰਿੰਸ, ਤੂੰ ਤੰਦਾਂ ਨਹੀਂ ਕਹਿਣਾ, ਪਰ ਆਪਾਂ ਇਹਨੂੰ ਤੰਦਾਂ ਹੀ ਕਹਾਂਗੇ, ਵਧਾ ਕੇ ਰੱਖਾਂਗੇ। ਤੇ ਬਾਈ ਨਵਦੀਪ ਗਿੱਲ ਹੋਰੀ ਸਾਡੇ ਨਾਲ। ਗਿੱਲ ਸਾਹਿਬ, ਪੌਜ਼ ਨੂੰ ਉੱਥੋਂ ਹੀ ਚੱਕਦੇ ਆ, ਕੱਚ ਘੱਟ ਤੋਂ ਪਲੇ। ਹਾਂਜੀ, ਮੈਂ ਕੱਚ ਘੱਟ ਆਰਟੀਕਲ ਲਿਖਿਆ, ਤਾਂ ਔਲਖ ਸਾਹਿਬ ਨੂੰ ਮੇਰਾ ਟੇਸਟ ਜਾਂ ਪਤਾ ਸੀ, ਉਹਨਾਂ ਨੂੰ ਪਤਾ ਸੀ ਇਹਨੂੰ ਸ਼ੌਂਕ ਆ ਸਾਹਿਤ ਦਾ। ਤਾਂ ਤੇ ਉਧਰੋਂ ਔਲਖ ਸਾਹਿਬ ਪੰਜਾਬੀ ਮੈਗਜ਼ੀਨ ਦੇ ਐਡੀਟਰ ਸੀਗੇ, ਤੇ ਭੱਠਲ ਸਾਹਿਬ ਓਵਰਆਲ ਐਡੀਟਰ ਸੀ ਸਟ੍ਰੀਮ ਮੈਗਜ਼ੀਨ ਦੇ ਸਾਡੇ। ਤਾਂ ਉਹਨਾਂ ਨੇ ਕਿਹਾ ਜੇ ਕੁਝ ਲਿਖਣਾ ਨਾ ਤਾਂ ਚੱਜ ਦਾ ਲਿਖ ਕੇ ਲੈ ਕੇ ਆ, ਗੱਲ ਛਪਣ ਵਾਸਤੇ ਨਾ। ਮੈਨੂੰ ਬੜੀ ਵੰਗਾਰ ਲੱਗੀ ਉਹ।
ਮੈਂ ਨਾ ਫਿਰ ਆਪਣਾ ਆਰਟੀਕਲ ਲਿਖਿਆ ਇੱਕ ਬੜਾ ਵਧੀਆ ਆਰਟੀਕਲ, ਬਹੁਤ ਸੋਹਣਾ ਲਿਖਿਆ। ਮੈਂ ਆਰਟੀਕਲ ਲਿਖ ਕੇ ਜਦੋਂ ਗਿਆ ਔਲਖ ਸਾਹਿਬ ਕੋਲੇ ਤਾਂ ਮੈਨੂੰ ਉਹ ਕਹਿੰਦੇ ਯਾਰ ਤੇਰਾ ਆਰਟੀਕਲ ਬਹੁਤ ਸੋਹਣਾ, ਇਹ ਮੈਗਜ਼ੀਨ ਛਪਣ ਵਾਲਾ ਨਹੀਂ, ਕਹਿੰਦੇ ਅਖਬਾਰ ਛਪਣ ਵਾਲਾ। ਅੱਛਾ। ਮੈਂ ਸੋਚਿਆ, ਮੈਂ ਕਿਹਾ ਯਾਰ ਵੀ ਮੈਨੂੰ ਕਿਵੇਂ ਟਰਕਾ ਰਹੇ ਨੇ ਵੀ ਇੱਥੇ ਛਪ ਨਹੀਂ, ਵੀ ਮੈਗਜ਼ੀਨ ਛਪ ਨਹੀਂ ਰਿਹਾ, ਜਿਹੜਾ ਸਟੂਡੈਂਟਸ ਵਾਸਤੇ ਮੈਗਜ਼ੀਨ ਆ ਵੀ ਅਖਬਾਰ 'ਚ ਕਿਵੇਂ ਛਪ ਜੂਗਾ। ਬਿਲਕੁਲ। ਮੈਂ ਸੱਚੀ ਗੱਲ ਦੱਸਾਂ ਕਿਰਾ ਮੈਂ ਡਿਮੋਰਲਾਈਜ਼ ਹੋਇਆ, ਪਰ ਮੈਨੂੰ ਪਤਾ ਸੀ ਉਹ ਮੈਨੂੰ ਦਿਲੋਂ ਪਿਆਰ ਕਰਦੇ ਨੇ ਮੈਨੂੰ ਟੀਚਰ। ਤਾਂ ਮੈਂ ਉਹਨਾਂ ਦੀ ਗੱਲ ਤੇ ਮੈਂ ਆਪਣੇ ਜਿੰਨੇ ਮੇਰੇ ਗੁਰੂ ਹੋਏ ਨੇ ਮੈਂ ਉਹਨਾਂ ਦਾ ਸਤਿਕਾਰ ਦਿਲੋਂ ਵੀ ਕਰਦਾ। ਜੇ ਮੈਨੂੰ ਕਹਿ ਦਿੰਦੇ ਸੀ ਇੱਕ ਲੱਤ ਤੇ ਖੜਨਾ, ਮੈਂ ਇੱਕ ਲੱਤ ਵੀ ਖੜ ਸਕਦਾ ਸੀ। ਮਤਲਬ ਮੈਂ ਇਹ ਨਹੀਂ ਸੋਚਦਾ ਸੀ ਜੇ ਉਹਨਾਂ ਨੇ ਮੇਰੇ ਵਾਸਤੇ ਚੰਗਾ ਹੀ ਸੋਚਿਆ ਹੋਊਗਾ। ਬਿਲਕੁਲ। ਮੈਂ ਉਹ ਆਰਟੀਕਲ ਮੇਰੇ ਹੁਣ ਵੀ ਯਾਦ ਆ, ਸਾਡੇ ਮੈਂ ਕੋਰੀਅਰ ਕੀਤਾ, ਦੇਸ਼ ਸੇਵਕ ਸੈਕਟਰ 29 ਚੰਡੀਗੜ੍ਹ, ਮੈਂ ਪੋਸਟ ਕਰਤਾ ਜੀ। 25 ਦਿਨਾਂ ਬਾਅਦ ਉਹ ਆਰਟੀਕਲ ਦੇਸ਼ ਸੇਵਕ ਦੇ ਵਿੱਚ ਛਪਿਆ। ਤੇ ਮੈਨੂੰ ਸੱਚੀ ਗੱਲ ਦੱਸਾਂ, ਮੈਨੂੰ ਖੁਸ਼ੀ ਦਾ ਟਿਕਾਣਾ ਨਹੀਂ ਸੀਗਾ। ਉਸ ਦਿਨ ਮੇਰੇ ਅੱਗੇ ਸਾਡੇ ਇੱਕ ਅਖਬਾਰ ਤਾਂ ਆਉਂਦੇ ਸੀ, ਉਹਦੇ ਮੈਂ 10 ਕਾਪੀਆਂ ਹੋਰ ਐਕਸਟਰਾ ਖਰੀਦ ਲਿਆ ਤੇ ਮੈਂ ਅਖਬਾਰ ਦੀਆਂ ਕਾਪੀਆਂ ਮੈਂ ਕਾਲਜ 'ਚ ਲੈ ਕੇ ਗਿਆ ਤੇ ਮੈਨੂੰ ਔਲਖ ਸਾਹਿਬ ਕਹਿੰਦੇ ਤੈਨੂੰ ਇਸੇ ਲਈ ਮੈਂ ਕਹਿੰਦਾ ਸੀ। ਕੀ ਬਾਤ ਹੈ ਯਾਰ, ਇਹ ਹੁੰਦੀ ਹੈ। ਇਹ ਔਲਖ ਸਾਹਿਬ ਨੇ ਮੈਨੂੰ ਗੱਲ ਕਹੀ। ਉਦੋਂ ਬਾਅਦ ਮੈਂ ਕਾਲਜ ਮੈਗਜ਼ੀਨ ਲਈ ਵੀ ਆਰਟੀਕਲ ਲਿਖਿਆ, ਜਿਹੜਾ ਮੈਂ ਆਪਦੀ ਕਿਸੇ ਕਿਤਾਬ 'ਚ ਵੀ ਯੂਜ਼ ਕੀਤਾ ਬਾਅਦ ਵਿੱਚ। ਫਿਰ ਇੱਕ ਰਵਿੰਦਰ ਭੱਠਲ ਦਾ ਇਨਸੀਡੈਂਟ ਆਇਆ, ਮੈਂ ਖੇਡਦਾ ਵੀ ਸੀ। ਭੱਠਲ ਸਾਹਿਬ ਕਿਉਂਕਿ ਬਹੁਤ ਘੱਟ ਜਾਣਦੇ ਨੇ, ਉਹ ਸਪੋਰਟਸ 'ਚ ਬਹੁਤ ਇੰਟਰਸਟ ਰੱਖਦੇ ਸੀ। ਜੇ ਔਲਖ ਸਾਹਿਬ ਦਾ ਨਾਲ ਪਲੇ 'ਚ ਇੰਟਰਸਟ ਸੀ ਨਾ, ਭੱਠਲ ਸਾਹਿਬ ਸਾਡੀ ਕਾਲਜ ਦੀ ਵਾਲੀਬਾਲ ਟੀਮ, ਫੁੱਟਬਾਲ ਟੀਮ, ਐਥਲੈਟਿਕ ਟੀਮ, ਉਹ ਨਾਲ ਐਕਟਿਵ ਰਹਿੰਦੇ ਸੀ। ਦੇਸ਼ਬੰਧੂ ਸਰ ਸਾਡੇ ਡੀਪੀ ਹੁੰਦੇ ਸੀ ਤੇ ਪ੍ਰੋਫੈਸਰ ਬਹਾਦਰ ਸੰਧੂ ਸੀ, ਤਾਂ ਉਹ ਗਰਾਊਂਡ 'ਚ ਵੀ ਦੇਖਦੇ। ਮੈਂ ਨਾ ਸਪੋਰਟਸ ਦਾ ਸ਼ੌਂਕ ਸੀ, ਮੈਂ ਖਿਡਾਰੀ ਬਹੁਤ ਚੰਗਾ ਨਹੀਂ ਸੀ। ਮੈਂ 100 ਮੀਟਰ ਵੀ ਭੱਜ ਲੈਂਦਾ ਸੀ, 1500 ਮੀਟਰ ਵੀ। ਅੱਛਾ, ਮਤਲਬ ਸਾਰੇ ਪਾਸੇ ਮੈਂ ਡਿਸਕਸ ਵੀ ਛੱਡਦਾ, ਸ਼ਾਰਟ ਪੁੱਟ ਵੀ। ਅੱਛਾ। ਤੇ ਲੌਂਗ ਜੰਪ ਵੀ, ਟ੍ਰਿਪਲ ਜੰਪ ਵੀ, ਤੇ ਪੋਲ ਵਾਲਟ ਲੱਗਦਾ ਨਹੀਂ ਸੀਗਾ, ਤੇ ਜੈਵਲਿਨ ਸਿੱਟੀ ਨਹੀਂ ਜਾਂਦੀ, ਤੇ ਇਹ ਇਵੈਂਟ ਕਰ ਲੈਂਦਾ ਸੀ ਮੈਂ। ਤੇ ਨਾਲ ਮੈਂ ਫੁੱਟਬਾਲ ਖੇਡਦਾ ਸੀ। ਸਰੀਰ ਮੇਰਾ ਸ਼ੁਰੂ ਤੋਂ ਭਾਰਾ ਰਿਹਾ। ਤੇ ਮੈਨੂੰ ਨਾ ਭੱਠਲ ਸਾਹਿਬ ਨੇ ਗਰਾਊਂਡ 'ਚ ਇੱਕ ਦਿਨ ਕਿਹਾ, ਗਰਾਊਂਡ ਸਾਈਡ ਤੇ ਬੈਠੇ, ਕਹਿੰਦਾ ਯਾਰ ਤੂੰ ਖਿਡਾਰੀ ਨਹੀਂ ਬਣ ਸਕਦਾ, ਤੂੰ ਖੇਡਾਂ ਤੇ ਲਿਖਾਰੀ ਬਣ ਸਕਦਾ, ਤੂੰ ਖੇਡਾਂ ਤੇ ਲਿਖਿਆ ਕਰ, ਤੇਰੇ ਕੋਲ ਜਾਣਕਾਰੀ ਬਹੁਤ ਆ। ਕਿਉਂਕਿ ਮੈਨੂੰ ਉਹਨਾਂ ਨੇ ਇਹ ਵਰਡ ਕਹੇ, ਮੇਰੀ ਇਹ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤੇ। ਪਹਿਲੀ ਕਿਤਾਬ 'ਚ ਭੱਠਲ ਸਾਹਿਬ ਨੇ ਜਦੋਂ ਲਿਖਿਆ ਮੇਰੇ ਬਾਰੇ, ਮੁੱਖਬੰਦ ਦੇ ਵਿੱਚ, ਬੈਕ ਦੇ ਵਿੱਚ, ਮੈਂ ਇੱਕ ਕਿਤਾਬ ਦਰਸ਼ਕਾਂ ਨੂੰ ਦਿਖਾਈ। ਇਹ ਪਹਿਲੀ ਕਿਤਾਬ ਆ ਮੇਰੀ 2005 ਚ। ਇਹ ਸਾਡੇ ਮਿੱਤਰ ਦੀ ਬਾਈ ਨਵਦੀਪ ਸਿੰਘ ਗਿੱਲ, ਜਿਹੜੇ ਇਸ ਵਕਤ 17 ਸਾਲ ਪਹਿਲਾਂ ਛਪੀ ਸੀ ਕਿਤਾਬ, 17 ਸਾਲ ਪਹਿਲਾਂ ਛਪੀ ਕਿਤਾਬ ਖੇਡ ਅੰਬਰ ਦੇ ਪੰਜਾਬੀ ਸਿਤਾਰੇ, ਨਵਦੀਪ ਸਿੰਘ ਗਿੱਲ। ਇਹ ਕਿਤਾਬ ਅੱਜ ਤੋਂ 17 ਸਾਲ ਪਹਿਲਾਂ ਛਪੀ। ਦੇਖੋ ਤੁਸੀਂ ਕਿ ਹੋਣਹਾਰ ਬਿਨਵਾਨ ਕੇ ਹੋਤ ਹੈ ਚਿਕਨੇ ਚਿਕਨੇ ਪਾਤ, ਹੈ ਨਾ। ਗੁਰੂ ਨੂੰ ਪਤਾ ਲੱਗਿਆ ਤੇ ਗੁਰੂ ਨੇ ਬੁਲਾ ਕੇ ਕਿਹਾ ਭਾਈ ਖਿਡਾਰੀ ਨਹੀਂ, ਖੇਡ ਲਿਖਾਰੀ। ਤੇ ਫਿਰ ਗੁਰੂ ਦੀ ਕਹੀ ਹੋਈ ਗੱਲ ਕਿਵੇਂ ਨਾ ਪਰਪੱਕ ਹੋਵੇ ਜਦੋਂ ਉਹਨਾਂ ਨੇ ਪ੍ਰਤਿਭਾ ਆਪਣੇ ਵਿਦਿਆਰਥੀ ਅੰਦਰ ਜਾਂ ਆਪਣੇ ਸਿੱਖਿਆਰਥੀ ਅੰਦਰ ਦੇਖ ਲਈ ਹੋਵੇ। ਤੇ ਪੰਜਾਬੀ ਉਹ ਮਾਣ ਵਾਲੀ ਗੱਲ, ਪਿਆਰੇ ਦਰਸ਼ਕੋ, ਮਾਣ ਵਾਲੀ ਗੱਲ ਕਿ ਅੱਜ ਜਦੋਂ ਮੈਂ ਬਾਈ ਨਵਦੀਪ ਗਿੱਲ ਹੋਰਾਂ ਨਾਲ ਗੱਲ ਕਰ ਰਿਹਾ ਤੇ ਫਖਰ ਦੀ ਗੱਲ ਆ ਕਿ ਸਾਡੇ ਪੰਜਾਬੀ ਦਾ ਇੱਕ ਨੌਜਵਾਨ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਤੋਂ ਬਾਅਦ ਜਿਹੜਾ ਮੈਨੂੰ ਐਡਮਾਇਰ ਕਰਦਾ ਹੈ, ਜਿਨ੍ਹਾਂ ਤੇ ਮੈਂ ਮਾਣ ਕਰਦਾ, ਜਿਹਨੂੰ ਪੜ੍ਹ ਕੇ ਸਵਾਦ ਆਉਂਦਾ, ਜਿਹਦੀ ਮਤਲਬ ਖੇਡ ਵਾਰਤਕ ਨੂੰ ਪੜ੍ਹ ਕੇ ਸਵਾਦ ਆਉਂਦਾ, ਉਹ ਸਾਡੇ ਨਾਲ ਬੈਠੇ ਤੇ ਆਪਾਂ ਸਾਹਿਤ ਦੀ ਤੰਦ ਉਹਨਾਂ ਦੇ ਨਾਲ ਪਾਈ ਹੋਈ ਹੈ। 17 ਸਾਲ ਪਹਿਲਾਂ ਦੀ ਕਿਤਾਬ ਖੇਡ ਅੰਬਰ ਦੇ ਪੰਜਾਬੀ ਸਿਤਾਰੇ, ਤੇ ਇਸ ਦੇ ਵਿੱਚ ਉਹ ਜ਼ਿਕਰ, ਉਸ ਗਾਥਾ ਦਾ ਜ਼ਿਕਰ ਵੀ ਕਿ ਭਾਈ ਖਿਡਾਰੀ ਨਹੀਂ ਲਿਖਾਰੀ। ਜੀ ਬਾਈ। ਤੇ ਭੱਠਲ ਸਾਹਿਬ ਨੇ ਜਦੋਂ ਮੈਨੂੰ ਕਿਹਾ ਤੇ ਮੈਂ ਫਿਰ ਉਸ ਤੋਂ ਖੇਡਾਂ ਵਾਲੇ ਪਾਸੇ ਜੁਟ ਗਿਆ। ਫਿਰ ਮੈਂ ਪੰਜਾਬੀ ਯੂਨੀਵਰਸਿਟੀ ਜਰਨਲਿਜ਼ਮ 'ਚ ਦਾਖਲਾ ਲਿਆ ਤੇ ਅਖਬਾਰਾਂ 'ਚ ਮੇਰੇ ਆਰਟੀਕਲ ਰੈਗੂਲਰ ਛਪਣੇ ਸ਼ੁਰੂ ਹੋ ਗਏ। ਉਦੋਂ ਤੁਸੀਂ ਲਿਖਦੇ ਵੀ ਨਵਦੀਪ ਸਿੰਘ ਬੰਟੀ ਦੇ ਨਾਮ? ਹਾਂ, ਮੈਨੂੰ ਬੰਟੀ ਸੀ। ਤੇ ਪ੍ਰੋਫੈਸਰ ਜੌਹਲ ਨੇ ਮੈਨੂੰ ਯੂਨੀਵਰਸਿਟੀ 'ਚ ਕਿਹਾ ਸੀ, ਨਵਜੀਤ ਜੌਹਲ ਨੇ। ਮੇਰੇ ਜੀਵਨ ਦੇ ਵਿੱਚ ਨਾ ਮੇਰੇ ਟੀਚਰਸ ਦਾ ਬਹੁਤ ਵੱਡੀ ਮੈਂ ਮੰਨਦਾ, ਮਤਲਬ ਕਿ ਸੱਚ ਮੈਨੇ 'ਚ ਮੈਨੂੰ ਉਹਨਾਂ ਨੇ ਤਰਾਸ਼ਿਆ। ਮੈਨੂੰ ਉਹਨਾਂ ਨੇ ਕਿਤਾਬੀ ਪੜ੍ਹਾਈ ਤੋਂ ਬਿਨਾਂ ਹੋਰ ਬਹੁਤ ਕੁਝ ਪੜ੍ਹਾਇਆ। ਤੇ ਜਦੋਂ ਮੈਂ ਨਵਦੀਪ ਸਿੰਘ ਬੰਟੀ ਨਾਲ ਲਿਖਦਾ ਸੀ ਨਾ, ਜੌਹਲ ਸਾਹਿਬ ਨੂੰ ਲੱਗਿਆ ਵੀ ਇਹ ਮੁੰਡਾ ਲੰਬਾ ਲਿਖ ਸਕਦਾ। ਮੈਨੂੰ ਕਹਿੰਦੇ ਅੱਜ ਤਾਂ ਤੂੰ ਬੰਟੀ ਲਿਖਦਾ ਸੋਹਣਾ ਲੱਗਦਾ, ਜਦੋਂ ਵੱਡਾ ਹੋ ਜਾਏਗਾ ਤੈਨੂੰ ਆਰਡਰ ਲੱਗੂਗਾ, ਤੂੰ ਆਪ ਦਾ ਸਰਨੇਮ ਜਾਂ ਤਖੱਲਸ ਜਾਂ ਪਿੰਡ ਦਾ ਨਾਮ ਕੋਈ ਯੂਜ਼ ਕਰ। ਤੇ ਉਹਨਾਂ ਨੇ ਮੇਰੀ ਇਸੇ ਕਿਤਾਬ ਦੇ ਵਿੱਚ ਲਿਖਿਆ ਸੀ ਵੀ ਨਵਦੀਪ ਸਿੰਘ ਬੰਟੀ ਨੂੰ ਨਵਦੀਪ ਸਿੰਘ ਗਿੱਲ ਬਣਾਉਣ ਵਾਲਾ ਮੈਂ ਆ। ਕੀ ਬਾਤ ਹੈ। ਜੌਹਲ ਸਾਹਿਬ ਨੇ ਲਿਖਿਆ, ਵੀ ਕਮਾਲ ਦੇ ਖੂਬਸੂਰਤ ਪ੍ਰੋਫੈਸਰ ਨਵਜੀਤ ਜੌਹਲ ਜੀ। ਤੇ ਉਦੋਂ ਫਿਰ ਮੈਂ ਪਹਿਲੀ ਵਾਰ ਪ੍ਰਿੰਸੀਪਲ ਸਰਵਣ ਸਿੰਘ ਮੇਰੇ ਗੁਰੂ ਸੀ, ਮੈਂ ਉਹਨਾਂ ਨੂੰ ਪੜ੍ਹਦਾ ਸੀ। ਮਤਲਬ ਕਿ ਜਿਵੇਂ ਇੱਕ ਲੱਭੇ ਵਾਲੀ ਗੱਲ ਸੀ ਨਾ, ਮਤਲਬ ਕਿ ਉਹ ਬਣਾ ਕੇ ਦਰੋਣਾਚਾਰੀ ਦੀ ਮੂਰਤੀ ਪ੍ਰਿੰਸੀਪਲ ਸਾਹਿਬ ਨੂੰ ਮੈਂ ਪੁੱਛਦਾ ਸੀਗਾ। ਕੀ ਬਾਤ ਹੈ। ਫਿਰ ਪਹਿਲੀ ਵਾਰ ਮੁਲਾਕਾਤ ਹੋਈ ਜਦੋਂ ਸਤਿੰਦਰ ਨੂਰ ਤੇ ਸੁਰਜੀਤ ਪਾਤਰ ਦੀ ਸਾਹਿਤ ਅਕੈਡਮੀ ਦੀ ਪ੍ਰਧਾਨਗੀ ਦੀ ਇਲੈਕਸ਼ਨ ਸੀ ਨਾ, ਤੇ ਉਹ ਅਕੈਡਮੀ ਦੀ ਇਲੈਕਸ਼ਨ 'ਚ ਉਹ ਆਏ ਹੋਏ ਸੀ ਉਦੋਂ ਕੈਨੇਡਾ ਤੋਂ ਪ੍ਰਿੰਸੀਪਲ ਸਾਹਿਬ, ਤੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਪੰਜਾਬੀ ਭਵਨ ਗਿਆ ਲੁਧਿਆਣੇ। ਪੂਰੀ ਅਕੈਡਮੀ ਦੇ ਵਿੱਚ ਉਦੋਂ 2004 ਦੇ ਵਿੱਚ ਪਾਤਰ ਵਰਸਸ ਨੂਰ ਦਾ ਮੁਕਾਬਲਾ ਸੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਨੂੰ ਚਾਅ ਸੀਗਾ ਪ੍ਰਿੰਸੀਪਲ ਸਰਵਣ ਸਿੰਘ ਨੂੰ ਮਿਲਣ ਦਾ। ਮੈਂ ਉਹਨਾਂ ਦੇ ਮੂੰਹ ਜਵਾਨੀ, ਮੈਂ ਉਹਨਾਂ ਦੇ ਪ੍ਰਭਾਵ ਪਾਉਣ ਵਾਸਤੇ ਨਾ ਕਿਤਾਬਾਂ ਬਹੁਤ ਪੜ੍ਹੀਆਂ ਸੀ। ਮੈਂ ਸਾਰੀਆਂ ਕਿਤਾਬਾਂ ਦੇ ਟਾਈਟਲ, ਮੁਖੜੇ, ਪੈਰੇ ਅੰਦਰ ਮੈਂ ਵਿਟਮਿਨ ਦਾ ਲਾਈਨ ਹਰ ਚੀਜ਼ ਸੁਣਾਈ ਜਾਵਾਂ, ਸਰ ਤੁਸੀਂ ਆਹ ਡਾਇਲੋਗ ਲਿਖਿਆ, ਆਹ ਲਿਖਿਆ। ਉਹ ਕਹਿੰਦੇ ਯਾਰ ਮੈਨੂੰ ਪਤਾ ਤੂੰ ਮੇਰੇ ਬਹੁਤ ਪੜ੍ਹਿਆ, ਤੂੰ ਮੈਨੂੰ ਕੱਲੀ ਕੱਲੀ ਕਿਤਾਬ ਦੇ ਉੱਤੇ ਉਹਨਾਂ ਨੇ ਲਿਖ ਕੇ ਨਾਂ ਦਿੱਤਾ ਫਿਰ ਮੈਨੂੰ। ਤੇ ਮੈਂ ਉਸ ਤੋਂ ਬਾਅਦ ਨਾ ਇੱਕ ਮੈਡਲ ਵੀ ਲਿਖਿਆ ਸੀ ਆਰਟੀਕਲ
ਪਹਿਲਾਂ ਮੈਂ ਜਿੱਤਿਆ ਫਿਰ ਪਾਤਰ ਹੂੰ ਵੀ ਮੈਂ ਕਿਹਾ ਵੀ ਮੇਰੀ ਜਿੱਤ ਹੋ ਗਈ ਉਦੋਂ ਜਦੋਂ ਮੈਂ ਆਪਦੇ ਗੁਰੂ ਨੂੰ ਮਿਲਿਆ। ਯਾਰ ਮੈਨੂੰ ਨਾ ਇਮਾਨਦਾਰੀ ਐਡੀ ਕਾਇਲ ਕਰ ਰਹੀ ਹੈ ਨਾ ਬਾਈ ਨਵਦੀਪ ਗਿੱਲ ਹੋਰਾਂ ਦੀ ਗੱਲਬਾਤ ਦੀ। ਹੁਣ ਦੇਖੋ ਸ਼ਖਸੀ ਰਵਾਨਗੀ ਇਹ ਹੋਣੀ ਚਾਹੀਦੀ ਹੈ, ਤਾਂ ਮਤਲਬ ਇਹ ਫਰਜ਼ੀ ਜੀ ਗੱਲਬਾਤ ਦਾ ਕੋਈ ਸਵਾਦ ਨਹੀਂ। ਦੇਖੋ ਨਾ ਬਾਈ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਜਿਹੜੀ ਇਮਾਨਦਾਰੀ ਦੀ ਝਲਕ ਹੈ ਨਾ, ਉਹ ਇਦਾਂ ਹੀ ਝਲਕਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਕਿ ਜਦੋਂ ਵੀ ਕਿਸੇ ਸ਼ਖਸ ਨੂੰ ਇਦਾਂ ਕੈਮਰੇ ਦੇ ਸਾਹਮਣੇ ਆਉਣਾ ਚਾਹੀਦਾ ਤਾਂ ਰਵਾਨਗੀ ਸਾਡੀ ਜ਼ਿੰਦਗੀ ਦੀ ਇਹੀ ਹੋਣੀ ਚਾਹੀਦੀ ਹੈ ਕਿ ਪਹਿਲਾਂ ਮੈਂ ਜਿੱਤਿਆ ਤੇ ਫਿਰ ਪਾਤਰ। ਬਿਲਕੁਲ। ਮੈਂ ਕਿਹਾ ਮੇਰੇ ਲਈ ਜਿੱਤ ਸੀ, ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਿਆ। ਮੈਂ ਸੱਚ ਦੱਸਾਂ ਨਾ, ਮੇਰੇ ਲਈ ਉਦੋਂ ਮੈਨੂੰ ਮੈਂ ਰਨਵੇ ਤੇ ਪੂਰਾ ਚੜ ਗਿਆ। ਉਹ 2004-5 ਦਾ ਦੌਰ ਸੀ ਜੀ ਬਾਈ, ਵੀ ਜਦੋਂ ਤੱਕ ਮੇਰੇ ਆਰਟੀਕਲ ਵੀ ਛਪ ਚੁੱਕੇ ਸੀ, ਮੈਂ ਜਰਨਲਿਜ਼ਮ ਵੀ ਕਰ ਲਈ ਸੀ। ਮਤਲਬ ਕਿ ਮੈਨੂੰ ਗੁਰਭਜਨ ਗਿੱਲ ਸਾਹਿਬ ਦਾ ਆਸਰਾ ਮਿਲਿਆ। ਮਤਲਬ ਕਿ ਉਹਨਾਂ ਦਾ ਹੁਣ ਤੱਕ ਮੈਨੂੰ ਪਿਤਾ ਵਾਂਗ ਆਸਰਾ, ਮੈਨੂੰ ਕੱਲੀ ਕੱਲੀ ਗੱਲ ਤੇ ਗਾਈਡ ਕਰਦੇ। ਪ੍ਰੋਫੈਸਰ ਰਵਿੰਦਰ ਪੱਠਲ ਹੋ ਗਏ, ਔਲਖ ਸਾਹਿਬ ਉਹ ਤਾਂ ਦੁਨੀਆ 'ਚ ਹੁੰਦੇ ਸੀ, ਜੌਲ ਸਾਹਿਬ ਹੋ ਗਏ, ਇੱਧਰ ਪ੍ਰਿੰਸੀਪਲ ਸਰਬਨ ਸਿੰਘ ਹੋ ਗਏ। ਮੈਨੂੰ ਸਾਰੇ ਗੁਰੂਆਂ ਦੀ ਇੰਨੀ ਸੇਧ ਮਿਲੀ ਨਾ, ਮੈਂ ਸੱਚ ਦੱਸਿਓ ਨਾ, ਮਤਲਬ ਕਿ ਉਦੋਂ ਇੰਨਾ ਰਨਵੇ ਤੇ ਚੜ ਗਿਆ। ਮੈਂ ਚੰਡੀਗੜ੍ਹ ਆ ਗਿਆ ਤੇ ਮੈਨੂੰ ਚੰਡੀਗੜ੍ਹ 'ਚ ਸ਼ਮੀਲ ਹੁਣਾਂ ਦਾ ਬੜਾ ਸਾਥ ਮਿਲਿਆ। ਆਪਾਂ ਉਦੋਂ ਤੋਂ ਦੋਸਤ ਬਣੇ। ਬਿਲਕੁਲ ਬਾਈ। ਤੇ ਮੈਂ ਉਦੋਂ ਚੰਡੀਗੜ੍ਹ ਆਇਆ ਤਾਂ ਸ਼ਮੀਲ ਨੇ ਮੈਨੂੰ ਪ੍ਰਵਾਸੀ ਦੇ ਵਿੱਚ ਕਾਲਮ ਲਿਖਣ ਨੂੰ ਕਿਹਾ। ਮੈਂ ਸ਼ਮੀਲ ਲਈ ਕਾਲਮ ਲਿਖਣ ਲੱਗਿਆ ਪ੍ਰਵਾਸੀ ਦੇ ਵਿੱਚ। ਉਦੋਂ ਇੰਡੋ ਪਾਕ ਖੇਡਾਂ ਪਹਿਲੀ ਵਾਰ ਹੋਈਆਂ ਪਟਿਆਲੇ। ਮੈਨੂੰ ਸ਼ਮੀਲ ਉਹਨਾਂ ਦਾ ਫੋਨ ਆਇਆ, ਮੇਰੇ ਯਾਦ ਆ ਉਦੋਂ ਮੈਂ ਬਰਨਾਲੇ ਬੈਠਾ ਸੀ। ਮੈਨੂੰ ਕਹਿੰਦਾ ਨਵਦੀਪ ਤੂੰ ਸਪੋਰਟਸ ਕਵਰ ਕਰਨੀ ਆ। ਮੇਰੇ ਲਈ ਪਹਿਲਾ ਇਵੈਂਟ ਬਣਿਆ। ਉਦੋਂ ਮੈਨੂੰ ਇੰਨਾ ਐਕਸਪੋਜ਼ਰ ਮਿਲ ਗਿਆ ਨਾ। ਮੇਰੇ ਲਈ ਪਹਿਲਾਂ ਬਰਨਾਲਾ ਇੱਕ ਖੂਹ ਸੀ। ਮਤਲਬ ਮੈਂ ਸਮਝਦਾ ਸੀ ਮੇਰੇ ਲਈ। ਮੈਂ ਜਦੋਂ ਚੰਡੀਗੜ੍ਹ ਆ ਗਿਆ, ਪਟਿਆਲੇ ਆ ਗਿਆ ਨਾ, ਲੁਧਿਆਣੇ ਚਲਾ ਗਿਆ, ਮੈਨੂੰ ਇੰਨਾ ਐਕਸਪੋਜ਼ਰ ਮਿਲ ਗਿਆ। ਮੈਨੂੰ ਪਹਿਲਾਂ ਮੈਂ ਵੱਡੇ ਵੱਡੇ ਖਿਡਾਰੀਆਂ ਦੀ ਇੰਟਰਵਿਊ ਦਾ ਮੌਕਾ ਮਿਲਿਆ। ਮੈਂ ਪਹਿਲੀ ਕਿਤਾਬ ਜਿਵੇਂ ਯੁਵਰਾਜ ਦੀ ਆ, ਬਲਜੀਤ ਢਿੱਲੋਂ, ਗਗਨਜੀਤ, ਕਰਤਾਰ ਸਿੰਘ, ਬਲਵਿੰਦਰ ਚੀਮਾ, ਵੱਡੇ ਵੱਡੇ ਖਿਡਾਰੀ ਨੂੰ ਇੰਟਰਵਿਊ ਕਰਨ ਦਾ ਪ੍ਰਗਟ ਸਿੰਘ ਨੂੰ ਮੌਕਾ ਮਿਲਿਆ। ਫਿਰ ਮੈਂ ਉਦੋਂ ਰੇਖਾ ਚਿੱਤਰ ਲਿਖੇ। ਮੇਰੀ ਇਹ ਕਿਤਾਬ ਪਹਿਲੀ ਫਰਵਰੀ ਦੇ ਵਿੱਚ, ਅੱਜ ਵੀ ਫਰਵਰੀ ਦਾ ਮਹੀਨਾ ਚੱਲਦਾ, ਫਰਵਰੀ 2005 ਦੇ ਵਿੱਚ ਕਿਲਾ ਰੈਪਰ ਖੇਡਾਂ ਤੇ ਰਿਲੀਜ਼ ਹੋਈ ਕਿਤਾਬ। ਕੀ ਬਾਤ ਹੈ। ਤੇ ਹਾਕੀ ਖਿਡਾਰੀਆਂ ਨੇ ਕਿਤਾਬ ਰਿਲੀਜ਼ ਕੀਤੀ। ਕਿੰਨਾ ਵੱਡਾ ਇਵੈਂਟ ਹੁੰਦਾ ਬਾਈ ਉਹ ਨਾ। ਬਲਜੀਤ ਢਿੱਲੋਂ, ਗਗਨਜੀਤ, ਦੀਪਕ ਠਾਕਰ ਤੇ ਉਦੋਂ ਇਹਨਾਂ ਨੇ ਰਿਲੀਜ਼ ਕੀਤੀ ਕਿਤਾਬ। ਪ੍ਰਭਜੋਤ ਸਿੰਘ ਨੇ ਤੇ ਬ੍ਰਿਗੇਡੀਅਰ ਹਰਚਰਨ ਸਿੰਘ ਵੀ ਉੱਥੇ ਹਾਜ਼ਰ ਸੀ। ਤੇ ਉੱਥੋਂ ਮੈਨੂੰ ਟੇਕ ਆਫ ਮਿਲ ਗਿਆ। ਇਹ ਕਿਤਾਬ ਮੇਰੀ ਛਪੀ ਤਾਂ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ, ਮੈਂ ਰਿਵਿਊ ਲਈ ਕਿਤਾਬ ਦੇਣ ਗਿਆ ਤਾਂ ਉੱਥੇ ਬੈਠੇ ਮੈਨੂੰ ਜਗਤਾਰ ਸਿੱਧੂ ਹੁਣੀ, ਸੁਰਿੰਦਰ ਸਿੰਘ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਪੰਜਾਬੀ ਟ੍ਰਿਬਿਊਨ 'ਚ ਪੱਤਰਕਾਰੀ ਕਿਉਂ ਨਹੀਂ ਕਰ ਸਕਦਾ। ਮੈਂ ਉੱਥੋਂ ਐਪਲੀਕੇਸ਼ਨ ਦੇ ਦਿੱਤੀ ਤਾਂ ਮੈਨੂੰ ਜਲੰਧਰ ਤੋਂ ਪੱਤਰਕਾਰੀ ਮਿਲ ਗਈ ਪੰਜਾਬੀ ਟ੍ਰਿਬਿਊਨ ਦੀ। ਦੇਖੋ ਮੇਰੇ ਕਿਵੇਂ ਕਿਵੇਂ ਘਟਨਾ ਜੁੜਦੀਆਂ ਗਈਆਂ। ਦੇਖੋ ਖੇਡਾਂ ਦਾ ਗੜ੍ਹ ਜਲੰਧਰ ਸੀ ਤੇ ਮੈਨੂੰ ਜਲੰਧਰ ਛਾਉਣੀ ਤੋਂ ਪੱਤਰਕਾਰੀ ਮਿਲ ਗਈ। ਜਲੰਧਰ ਛਾਉਣੀ ਜਾ ਕੇ ਮੇਰਾ ਦਾਇਰਾ ਹੋਰ ਖੁੱਲ ਗਿਆ, ਹੋਰ ਵੱਡਾ ਹੋ ਗਿਆ। ਉੱਥੇ ਵੱਡੇ ਵੱਡੇ ਖਿਡਾਰੀਆਂ ਨੂੰ ਮਿਲਣ ਲੱਗ ਗਿਆ। ਮੈਂ ਟੂਰਨਾਮੈਂਟ ਕਵਰ ਕੀਤੇ। ਉੱਥੇ ਮੈਨੂੰ ਸਬੱਬ ਮਿਲਿਆ ਸ਼ਿੰਗਾਰਾ ਸਿੰਘ ਭੁੱਲਰ ਜਿਹਨੂੰ ਮੈਂ ਮਿਲਿਆ ਤਾਂ ਜਦੋਂ ਉਦੋਂ ਏਸ਼ੀਅਨ ਗੇਮਾਂ ਹੋਈਆਂ ਦੋਹਾ ਦੇ ਵਿੱਚ 2006 'ਚ, ਤੇ ਮੇਰੇ ਇੱਛਾ ਸੀ ਮੈਂ ਗੇਮਾਂ ਕਵਰ ਕਰਨ ਜਾਵਾਂ। ਸ਼ਮੀਲ ਉਹਨਾਂ ਨੇ ਮੇਰੇ ਚਿੰਨ੍ਹ ਲਾਗਤੀ ਜਦੋਂ ਮੈਂ ਇੰਡੋ ਪਾਕ ਗੇਮਾਂ ਕਵਰ ਕੀਤੀਆਂ ਤਾਂ ਮੈਂ ਦੋਹਾਂ ਦੀਆਂ ਏਸ਼ੀਅਨ ਗੇਮਾਂ ਕਵਰ ਕਰਨੀਆਂ ਸੀ। ਤੇ ਸ਼ਿੰਗਾਰਾ ਸਿੰਘ ਭੁੱਲਰ ਨੇ ਮੈਨੂੰ ਅਥਾਰਟੀ ਲੈਟਰ ਦਿੱਤਾ। ਮੈਂ ਓਲੰਪਿਕ ਐਸੋਸੀਏਸ਼ਨ 'ਚ ਅਪਲਾਈ ਕਰਨ ਚਲਾ ਗਿਆ। ਮੈਂ ਉਹਨਾਂ ਸਾਰੇ ਬੰਦਿਆਂ ਨੂੰ ਅੱਜ ਯਾਦ ਵੀ ਕਰ ਰਿਹਾਗਾ, ਰੀਕਾਲ ਕਰ ਰਿਹਾ। ਤਰਲੋਚਨ ਸਿੰਘ ਜਿਹੜੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ, ਉਹ ਪਬਲਿਕ ਰਿਲੇਸ਼ਨ 'ਚ ਵੀ ਰਹੇ ਨੇ ਪੰਜਾਬ ਦੇ। ਜਦੋਂ ਮੈਂ ਉੱਥੇ ਅਪਲਾਈ ਕੀਤਾ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਪੰਜਾਬੀ ਅਖਬਾਰ ਦੇ ਕਿਸੇ ਪੱਤਰਕਾਰ ਨੇ ਅਪਲਾਈ ਕੀਤਾ ਗੇਮਾਂ ਕਵਰ ਕਰਨ ਲਈ। ਆਮ ਤੌਰ ਤੇ ਜਦੋਂ ਵੱਡੀਆਂ ਗੇਮਾਂ ਹੁੰਦੀਆਂ ਤਾਂ ਅੰਗਰੇਜ਼ੀ ਅਖਬਾਰਾਂ ਦੇ ਪੱਤਰਕਾਰ ਜਾਂ ਫਿਰ ਏਜੰਸੀਆਂ ਦੇ ਪੱਤਰਕਾਰ ਉਹ ਕਵਰ ਕਰਨ ਜਾਂਦੇ ਆ, ਜਾਂ ਆਨੰਦ ਬਾਜ਼ਾਰ ਪੱਤਰਕਾ, ਮਲਿਆਲਮ ਮਨੋਰਮਾ ਜਾਂ ਵੱਡੇ ਅਖਬਾਰ ਜਾਂਦੇ ਆ। ਇਹ ਟ੍ਰੈਂਡ ਨਹੀਂ ਸੀ ਪੰਜਾਬੀ ਦੇ ਵਿੱਚ ਬਹੁਤ ਪੱਤਰਕਾਰ ਬਾਹਰ ਜਾਣ ਕਵਰ ਕਰਨ। ਇੱਕ ਜਤਿੰਦਰ ਸਾਹਿਬ ਵੀ ਮੇਰਾ ਦੋਸਤ ਸੀ ਜੀਤ ਤੋਂ, ਅਸੀਂ ਅਪਲਾਈ ਕੀਤਾ, ਉਹਨਾਂ ਨੇ ਸਾਡੀ ਹੈਲਪ ਕੀਤੀ ਉੱਥੇ। ਬਾਈ ਦੋਹੇ ਪਹੁੰਚਣ ਤੋਂ ਪਹਿਲਾਂ ਫਿਰ ਰੋਕਦਾ, ਆਪਾਂ ਫਲਾਈਟ ਨੂੰ ਹਜੇ ਟੇਕ ਆਫ ਨਹੀਂ ਕਰਨਾ, ਮੈਨੂੰ ਉਧਰੋਂ ਬ੍ਰੇਕ ਦਾ ਹੁਕਮ ਆ ਗਿਆ ਕਿ ਮੈਨੂੰ ਯਾਰ ਗੱਲਾਂ ਬਾਤਾਂ ਖੂਬਸੂਰਤ ਇਹ ਸਿਲਸਿਲੇ ਪਰ ਕੀ ਕਰੀਏ, ਵਕਤ ਨੇ ਸਾਨੂੰ ਇਜਾਜ਼ਤ ਉਨੀ ਕੁ ਦੇਣੀ ਹੁੰਦੀ ਹੈ। ਦੋਹੇ ਪਹੁੰਚਦੇ ਆ ਆਪਾਂ ਨਵਦੀਪ ਹੋਰਾਂ ਨਾਲ, ਪਰ ਬ੍ਰੇਕ ਦੇ ਅਗਲੇਰੇ ਪਾਰ ਮਿਲਦੇ ਆ ਬ੍ਰੇਕ ਤੋਂ ਬਾਅਦ। ਸੱਜਣ ਹੋਵਣ ਰੰਗਲੇ ਤੇ ਗੱਲਾਂ ਕਦੇ ਨਾ ਮੁੱਕਣ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਤੇ ਤੰਦ ਪਾਈ ਹੋਈ ਹੈ ਬਾਈ ਨਵਦੀਪ ਸਿੰਘ ਗਿੱਲ ਹੋਰਾਂ ਨਾਲ। ਆਓ ਫਿਰ ਪਹਿਲਾ ਅੰਤਰਰਾਸ਼ਟਰੀ ਟੂਰ ਬਾਈ ਨਵਦੀਪ ਸਿੰਘ ਗਿੱਲ ਹੋਰਾਂ ਦਾ। ਬਾਈ ਜੀ ਫਿਰ ਅਪਲਾਈ ਕਰਨ ਪਹੁੰਚ ਗਏ, ਸਾਬੀ ਹੋਰੀ ਤੁਹਾਡੇ ਨਾਲ? ਅਸੀਂ ਅਪਲਾਈ ਕੀਤਾ, ਐਕ੍ਰੈਡੀਟੇਸ਼ਨ ਦੇ ਵਿੱਚ ਮੇਰੀ ਉਹਨਾਂ ਨੇ ਹੈਲਪ ਕੀਤੀ ਤੇ ਉੱਥੇ ਜਦੋਂ ਮੇਰੀ ਹੈਲਪ ਕੀਤੀ ਉਹਨਾਂ ਨੇ, ਉਸ ਤੋਂ ਬਾਅਦ ਮੇਰਾ ਦੋਹਾ ਦੇ ਵਿੱਚ ਮੈਂ ਕਵਰ ਕਰਨ ਗਿਆ। ਮੇਰਾ ਅੱਜ ਵੀ ਦਿਨ ਆ 28 ਨਵੰਬਰ 2006 ਨੂੰ ਮੈਂ ਇੱਥੋਂ ਗਿਆ। ਮਸਕਟ ਦੀ ਫਲਾਈਟ ਸੀ, ਮਸਕਟ ਤੋਂ ਅੱਗੇ ਕਨੈਕਟ ਫਲਾਈਟ ਸਾਡੀ, ਅਸੀਂ ਦੋਹਾ ਪਹੁੰਚ ਗਏ। ਮੇਰੇ ਲਈ ਮਤਲਬ ਕਿ ਨਾ ਅੱਜ ਦੋਹਾ ਦੇ ਮੈਂ ਗਰਾਊਂਡ 'ਚ ਪਹੁੰਚਿਆ, ਪਹਿਲੀ ਵਾਰ ਦੋਹਾ ਸਟੇਡੀਅਮ ਉਤਰਿਆ, ਮੇਰੇ ਲਈ ਐਂ ਦੁਨੀਆ ਮਿਲ ਗਈ ਬਹੁਤ ਵੱਡੀ। ਮਤਲਬ ਕਿ ਵੀ ਐਡਾ ਵੱਡਾ ਏਸ਼ੀਆ ਦਾ 2/3 ਵਸੋਂ ਵਸਦੀ ਹੈ ਏਸ਼ੀਆ ਦੇ ਵਿੱਚ। ਏਸ਼ੀਆ ਦਾ ਐਡਾ ਵੱਡਾ ਖੇਡਾਂ ਦਾ ਕੁੰਭ, ਤੇ ਮੈਂ ਉੱਥੇ ਅੱਖਾਂ ਮੇਰੀਆਂ ਚੁੰਧਾਈਆਂ ਗਈਆਂ ਪਹਿਲਾਂ। ਤੇ ਮੈਨੂੰ ਕਿਹੜਾ ਜਿਹਨੂੰ ਪੰਜਾਬੀ 'ਚ ਨਹੀਂ ਕਹਿੰਦੇ ਹੱਫਲ ਗਿਆ ਬੰਦਾ, ਮੈਨੂੰ ਸਮਝ ਨਾ ਆਵੇ ਸ਼ੁਰੂ 'ਚ ਮੈਂ ਕਿਵੇਂ ਸਟੋਰੀਆਂ ਕਰਾਂ। ਮੈਂ ਚਾਹ ਦੇ ਵਿੱਚ ਪਹਿਲਾਂ ਗਿਆ ਕਰਕੇ ਮੈਨੂੰ 4-5 ਦਿਨ ਤਾਂ ਆਪਦੇ ਆਪ ਨੂੰ ਨਾਰਮਲਾਈਜ਼ ਕਰਨ ਨੂੰ ਲੱਗਿਆ। ਕਰਨਾ ਕੀ, ਕਿਵੇਂ ਕਰਨਾ, ਮਤਲਬ ਕਿ ਦਮਦਮੀ ਸਾਹਿਬ ਉਹਨਾਂ ਦੇ ਸਾਰੇ ਪੰਜਾਬੀ ਟੂਰ ਦੇ ਐਡੀਟਰ ਬਣ ਗਏ।
ਦਮਦਮੀ ਸਾਹਿਬ ਨੇ ਮੈਨੂੰ ਇੱਕ ਮੇਲ ਪਾਈ, ਉਹ ਉਹਨਾਂ ਦੇ ਨਾਲ ਈਮੇਲ ਯੂਜ਼ ਕਰਦੇ ਸੀ ਵੀ ਆਹ ਸਟੋਰੀ ਕਰ ਲਓ, ਆਹ ਸਟੋਰੀ ਕਰ ਦਿਓ, ਤੇ ਮੈਂ ਉੱਥੋਂ ਸਟੋਰੀਜ਼ ਕਰਨੀਆਂ ਸ਼ੁਰੂ ਕੀਤੀਆਂ। ਪਹਿਲੇ ਦਿਨ ਤੋਂ ਮੇਰਾ ਚੱਲ ਸੋ ਚੱਲ ਲੂਸੈਲ ਮਤਲਬ ਕਿ ਅਸੀਂ ਉੱਥੇ ਖਲੀਫਾ ਸਟੇਡੀਅਮ ਜਾਣਾ, ਅਸੀਂ ਜਿੰਨੇ ਮਤਲਬ ਕਿ ਮੈਚ ਦੇਖਣੇ, ਤੇ ਏਸ਼ੀਅਨ ਗੇਮਾਂ ਦੀ ਜੋ ਕਵਰ ਕੀਤੀ ਨਾ ਮੈਂ, ਆ ਕੇ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਇਹ ਤੂੰ ਤੇਰਾ ਐਡਾ ਵਧੀਆ ਟੂਰ ਆ, ਇਹਨੂੰ ਤੂੰ ਕਿਤਾਬ ਦਾ ਰੂਪ ਦੇ। ਜਿਹੜੀ ਆਪਾਂ ਕਿਤਾਬਾਂ ਦੀ ਗੱਲ ਕੀਤੀ ਮਤਲਬ ਕਿ ਅਸਲ ਜਿਹੜੀ ਗੱਲ ਕਹਿੰਦੇ ਵੀ ਜਿਹੜੇ ਅਖਬਾਰ ਦੀ ਜ਼ਿੰਦਗੀ ਆ ਉਹ ਇੱਕ ਦਿਨ ਦੀ ਹੁੰਦੀ ਆ, 2 ਦਿਨ ਦੀ ਹੁੰਦੀ ਆ, ਕਿਤਾਬਾਂ ਦੀ ਸਦੀਵੀ ਹੁੰਦੀ ਆ, ਵੀ ਇਹਨੂੰ ਤੁਸੀਂ ਕਿਤਾਬ ਦਾ ਰੂਪ ਦਿਓ। ਤਾਂ ਮੈਨੂੰ ਅੱਛਾ ਲੱਗਿਆ ਉਹਨਾਂ ਦਾ ਆਈਡੀਆ, ਬਹੁਤ ਕਮਾਲ ਦਾ। ਮੈਂ ਉੱਥੇ ਜਿੰਨਾ ਦੋਹਾ ਦੀ ਕਵਰੇਜ ਕੀਤੀ ਨਾ, ਮੈਂ ਵਾਪਸ ਆ ਕੇ ਉਹਨੂੰ ਦੋਹਾ ਦੀ ਕਵਰੇਜ ਨੂੰ ਪੂਰਾ ਸਫ਼ਰਨਾਮਾ ਲਿਖਿਆ। ਮੈਂ ਐਵੇਂ ਵੇਖੀਆਂ ਏਸ਼ੀਆਈ ਖੇਡਾਂ। ਕਿਤਾਬ ਪਿਆਰੇ ਦਰਸ਼ਕੋ, ਮੈਂ ਤੁਹਾਡੇ ਮੇਰਾ ਸਫ਼ਰਨਾਮਾ ਵੀ ਆ। ਮੈਂ ਐਵੇਂ ਵੇਖੀਆਂ ਏਸ਼ੀਆਈ ਖੇਡਾਂ 2006 ਤੇ ਦੇਖੋ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਨੇ ਜਦੋਂ ਮਤਲਬ ਕਿੰਨੀ ਸੋਹਣੀ ਸਲਾਹ ਦਿੱਤੀ ਕਿ ਅਖਬਾਰ ਦਾ ਤੁਹਾਡਾ ਜਿਹੜਾ ਵੀ ਕੋਈ ਆਰਟੀਕਲ ਜਾਂ ਤੁਹਾਡਾ ਜਿਹੜਾ ਕੋਈ ਮਿਡਲ ਲੱਗ ਰਿਹਾ 1-2 ਦਿਨ ਵੱਧ ਤੋਂ ਵੱਧ ਹਨਾ ਜਿਹਨੇ ਕੋਈ ਸੰਭਾਲ ਕੇ ਰੱਖ ਲਿਆ, ਪਰ ਇਹ ਹੁਣ ਸਦੀਵੀ ਹੈ, ਇਹ ਉਦੋਂ ਤੱਕ ਰਹੇਗੀ ਜਦੋਂ ਤੱਕ ਮਤਲਬ ਖੇਡਾਂ ਦਾ ਜ਼ਿਕਰ ਆਏਗਾ। ਤੇ ਮੈਂ ਦੱਸਦਾ ਸੀ ਇਹ ਕਿਤਾਬ ਲਿਖਦੇ ਲਿਖਦੇ ਮੈਨੂੰ ਟਾਈਮ ਬਹੁਤ ਲੱਗ ਗਿਆ। ਇਹ ਪਹਿਲੀਆਂ ਦੋਨੋਂ ਕਿਤਾਬਾਂ ਜਿਹੜੀਆਂ ਮੈਂ ਹੱਥ ਲਿਖਤਾ ਮੇਰੀਆਂ ਕਿਤਾਬਾਂ, ਉਹ ਟਾਈਪ ਤਾਂ ਨਹੀਂ ਕਰਦਾ ਸੀ ਮੈਂ, ਟਾਈਮ ਬਹੁਤ ਲੱਗ ਗਿਆ। ਇਨ ਬਿਟਵੀਨ ਮੈਂ ਪੰਜਾਬੀ ਟ੍ਰਿਬਿਊਨ ਚ ਸਬ ਐਡੀਟਰ ਬਣ ਗਿਆ, ਚੰਡੀਗੜ੍ਹ ਆ ਗਿਆ। ਬੰਦੇ ਦੀ ਤਾਂਘ ਤਾਂ ਨਹੀਂ ਮੁੱਕਦੀ ਬਾਈ। ਏਸ਼ੀਅਨ ਗੇਮਾਂ ਤੋਂ ਬਾਅਦ ਮੇਰਾ ਅਗਲਾ ਡ੍ਰੀਮ ਓਲੰਪਿਕਸ ਆ ਗਿਆ। ਮੈਂ ਕਿਹਾ ਓਲੰਪਿਕਸ ਜਾਣਾ ਯਾਰ, ਬੀਜ਼ਿੰਗ ਦੇ ਵਿੱਚ ਓਲੰਪਿਕਸ ਸੀ ਚਾਈਨਾ ਦੇ ਵਿੱਚ, ਤੇ ਮੈਂ ਉੱਥੇ ਵੀ ਅਪਲਾਈ ਕਰਨ ਚਲਾ ਗਿਆ। ਓਲੰਪਿਕਸ ਦੇ ਵਿੱਚ ਥੋੜਾ ਕੋਟਾ ਲਿਮਟਿਡ ਹੁੰਦਾ ਕਿਉਂਕਿ ਏਸ਼ੀਅਨ ਗੇਮਾਂ 'ਚ ਕੰਟਰੀ ਥੋੜੇ ਸੀ, 50 ਕੰਟਰੀ ਸੀ, ਤੇ ਓਲੰਪਿਕ ਵਿੱਚ 200 ਕੰਟਰੀ ਸੀ। ਇੰਡੀਆ ਦੀ ਸਟਰੈਂਥ ਵੀ ਥੋੜੀ ਆ, ਸਾਨੂੰ 20 ਪ੍ਰਿੰਟ ਪੱਤਰਕਾਰਾਂ ਦਾ ਕੋਟਾ ਸੀ। ਉੱਥੇ ਮੈਨੂੰ ਲੱਗਿਆ ਮੇਰੀ ਗੱਲ ਨਹੀਂ ਬਣਨੀ। ਮੈਂ ਏਸ਼ੀਅਨ ਗੇਮਾਂ ਦੀ ਕਵਰੇਜ ਕੀਤੀ ਸੀ, ਉਦੋਂ ਮੇਰੀ ਉਮਰ ਵੀ 25-26 ਸਾਲ ਸੀ, ਤੇ ਛੋਟੀ ਉਮਰ ਦਾ ਸੀਗਾ। ਤੇ ਉਦੋਂ ਫਿਰ ਮੇਰੀ, ਮੈਂ ਸੱਚ ਦੱਸਾਂ, ਮੈਂ ਉਹ ਬੰਦਿਆਂ ਨੂੰ ਕਿਵੇਂ ਭੁੱਲ ਸਕਦਾ। ਮੈਂ ਜਦੋਂ ਤਰਲੋਚਨ ਸਿੰਘ ਦੀ ਵਾਈਫ ਦੀ ਡੈਥ ਹੋਈ, ਉਹਨਾਂ ਬਾਰੇ ਮੈਂ ਮੈਡਲ ਲਿਖਿਆ ਸੀ, ਕਿਵੇਂ ਉਹਨਾਂ ਨੇ ਮੇਰੀ ਉਹ ਮਦਦ ਕੀਤੀ, ਮੈਂ ਕਿਵੇਂ ਗਿਆ। ਚਾਹੇ ਉੱਥੇ ਢੀਂਡਸਾ ਸਾਹਿਬ ਸੀ, ਚਾਹੇ ਸੰਦੀਪ ਮਹਿਤਾ ਸੀ, ਜਿੰਨੇ ਬੰਦੇ ਉੱਥੇ ਓਲੰਪਿਕ, ਚਾਹੇ ਰਾਜਾ ਰਣਧੀਰ ਸਿੰਘ ਸੀ, ਤੇ ਮੈਨੂੰ ਓਲੰਪਿਕ ਬੀਜ਼ਿੰਗ ਓਲੰਪਿਕ ਦਾ ਐਕ੍ਰੈਡਿਟੇਸ਼ਨ ਕਾਰਡ ਅਪਲਾਈ ਹੋ ਗਿਆ ਤੇ ਮੇਰੀ ਜੈਸ ਹੋ ਗਈ। ਬੱਲੇ ਬੱਲੇ। ਉਧਰੋਂ ਮੈਂ ਕਿਤਾਬ ਲਿਖ ਰਿਹਾ ਸੀ ਦੋਹਾ ਦੀ, ਉਧਰੋਂ ਮੇਰੀ ਓਲੰਪਿਕ ਤਿਆਰੀ ਹੋ ਗਈ। ਇੱਕਦਮ ਜਦੋਂ ਮੇਰਾ ਕਾਰਡ ਆ ਗਿਆ, ਮੈਂ ਟਿਕਟ ਲੈ ਲਈ 3 ਅਗਸਤ 2008 ਦੀ ਬੀਜ਼ਿੰਗ ਦੀ। ਉਦੋਂ ਮੈਂ ਉਧਰੋਂ ਕਿਤਾਬ ਲਿਖ ਰਿਹਾ ਸੀ ਜੁਲਾਈ ਦੇ ਮਹੀਨੇ, ਤੇ ਮੈਨੂੰ ਐਸੀ ਕਿਤਾਬ ਕਿਉਂ ਨਾ ਬੀਜ਼ਿੰਗ ਜਾ ਕੇ ਰਿਲੀਜ਼ ਕੀਤੀ ਜਾਵੇ। ਮੈਂ ਯਾਦ ਆ ਇਹਦੇ ਵਿੱਚ ਪਿੱਛੇ ਦਮਦਮੀ ਸਾਹਿਬ ਨੇ, ਸ਼ਮਸ਼ੇਰ ਸੰਧੂ, ਕਿਉਂਕਿ ਸ਼ਮਸ਼ੇਰ ਸੰਧੂ ਨੇ ਮੈਨੂੰ ਬਹੁਤ ਹੱਲਾ ਛੇੜੀ ਦਿੱਤੀ ਪੰਜਾਬੀ ਟ੍ਰਿਬਿਊਨ, ਬਹੁਤ ਸਪੋਰਟਸ ਤੇ ਆਰਟੀਕਲ ਲਿਖਾਏ। ਤੀਜੇ ਗੁਰਭਜਨ ਗਿੱਲ ਉਹਨਾਂ ਦੇ ਨਾਲ ਚ ਫੋਰਨ ਗਏ ਹੋਏ ਸੀ, ਉਹ 에ਅਰਪੋਰਟ ਤੇ ਸੀ। ਮੈਂ ਕਿਹਾ ਸਰ ਮੇਰੇ ਬਾਰੇ 2 ਲਾਈਨਾਂ ਲਿਖ ਕੇ ਦਿਓਗੇ? ਕਹਿੰਦੇ ਨਵਦੀਪ ਕਦੋਂ ਭੇਜਣੀ ਆ? ਮੈਂ ਹੁਣ 1 ਮਿੰਟ ਚ ਭੇਜਣੀ ਆ ਜੀ, ਮੇਰੀ ਕਿਤਾਬ ਛਪ ਰਹੀ ਆ। ਮੈਂ ਮੇਰੀਆਂ ਸਾਰੀਆਂ ਕਿਤਾਬਾਂ ਯੂਨੀਸਟਾਰ ਲੋਕ ਗੀਤ ਨੇ ਛਾਪੀਆਂ। ਜੈਨ ਸਾਹਿਬ ਨੇ, ਮੈਂ ਧੰਨਵਾਦੀ ਹਾਂ, ਉਹਨਾਂ ਨੇ ਮੈਨੂੰ 3 ਅਗਸਤ ਤੋਂ ਪਹਿਲਾਂ ਮੈਨੂੰ 10 ਕਾਪੀਆਂ ਛਾਪ ਕੇ ਦੇਤੀਆਂ, ਤੇ ਮੈਂ 3 ਅਗਸਤ ਦੀ ਫਲਾਈਟ 'ਚ 10 ਕਾਪੀਆਂ ਲੈ ਕੇ ਬੀਜ਼ਿੰਗ ਪਹੁੰਚ ਗਿਆ। ਕੀ ਬਾਤ ਹੈ ਯਾਰ। ਬੀਜ਼ਿੰਗ ਪਹੁੰਚ ਗਿਆ, ਤੇ ਮੇਰੀ ਪਹਿਲੀ ਓਲੰਪਿਕਸ, ਜਿਹਨੂੰ ਦੱਸਿਆ ਮੈਂ ਏਸ਼ੀਅਨ ਗੇਮਾਂ ਤੋਂ ਬਾਅਦ ਓਲੰਪਿਕਸ ਦੇ ਖਾੜੇ 'ਚ ਪਹੁੰਚ ਗਿਆ। ਉੱਥੇ ਐਕਸਾਈਟਮੈਂਟ ਵੀ ਹੋਰ ਸੀ, ਪਰ ਮੈਨੂੰ ਤਜਰਬਾ ਹੋ ਚੁੱਕਾ ਸੀ, ਇਸ ਕਰਕੇ ਹਾਫਲਣ ਤੇ ਥੋੜਾ ਜਿਹਾ ਕਾਬੂ ਹੋ ਗਿਆ। ਹਾਂ, ਕਾਬੂ ਹੋ ਗਿਆ ਸੀ ਮੇਰਾ। ਐਕਸਾਈਟਮੈਂਟ ਮੇਰੀ ਸ਼ੁਰੂ ਤੋਂ ਰਹੀ ਆ। ਉਦੋਂ ਐਕਸਾਈਟਮੈਂਟ ਮੇਰੇ 'ਚ ਹੈਗੀ ਬਹੁਤ ਸੀ, ਪਰ ਮੈਂ ਪਤਾ ਸੀ ਇਮੋਸ਼ਨਸ ਕੰਟਰੋਲ ਕਿਵੇਂ ਕਰਨੇ ਆ। ਮੈਂ ਜਾਣ ਸਰ ਹੌਲੀ ਹੌਲੀ ਸਟੋਰੀਜ਼ ਕਰਨੀਆਂ ਸ਼ੁਰੂ ਕੀਤੀਆਂ। ਸਟੋਰੀਆਂ ਮੇਰੀਆਂ ਉਦੋਂ ਬਹੁਤ ਛਪਣ ਲੱਗ ਗਈਆਂ ਉਦੋਂ, ਤੇ ਸਟੋਰੀ ਛਪਦੀਆਂ ਗਈਆਂ, ਤੇ ਕਿਸਮਤ ਨੂੰ ਸਾਡੀ ਨੂੰ 4 ਦਿਨ ਖੇਡਣ ਸ਼ੁਰੂ ਹੋਈਆਂ ਨੇ ਸੀ। ਅਭਿਨਵ ਬਿੰਦਰਾ ਦਾ 골ਡ ਮੈਡਲ ਆ ਗਿਆ। ਅਭਿਨਵ ਬਿੰਦਰਾ ਦੇ 골ਡ ਮੈਡਲ ਤੋਂ ਬਾਅਦ ਨਾ, ਜਿੰਨੇ ਉੱਥੇ ਪੰਜਾਬੀ ਕਮਿਊਨਿਟੀ ਸੀ, ਚਾਹੇ ਤਰਲੋਚਨ ਸਿੰਘ ਹੋਣੀ ਸੀ, ਚਾਹੇ ਜਿੰਨੇ ਸਾਹਿਬ, ਉਹਨਾਂ ਸਾਰਿਆਂ ਨੇ ਨਾ ਇੱਕ ਪਲਾਨ ਕੀਤਾ ਵੀ ਇੱਕ ਪੰਜਾਬੀ ਜਿੰਨੇ ਵੀ ਗਏ ਆ, ਇੱਕ ਗੈਟ ਟੂਗੇਦਰ ਕਰੀਏ ਉੱਥੇ ਤਾਜ ਪਵੇਲੀਅਨ ਹੋਟਲ 'ਚ। ਮੇਰੇ ਨਾਲ ਪ੍ਰਭਜੋਤ ਸਿੰਘ ਟ੍ਰਿਬਿਊਨ ਤੋਂ ਗਏ ਸੀ, ਜਤਿੰਦਰ ਸਾਹਿਬ ਵੀ ਜੀਤ ਤੋਂ ਗਏ ਸੀ, ਹਰਜਿੰਦਰ ਲਾਲ ਵੀ ਜੀਤ ਤੋਂ ਗਏ ਸੀ। ਅਸੀਂ ਸਾਰੇ ਪੰਜਾਬੀਆਂ ਨੇ ਇਕੱਠਿਆਂ ਨੇ ਡਿਨਰ ਕੀਤਾ ਉੱਥੇ। ਉਹ ਫੰਕਸ਼ਨ 'ਚ ਮੇਰੀ ਕਿਤਾਬ ਇਹ ਰਿਲੀਜ਼ ਹੋਈ। ਮੈਂ ਐਵੇਂ ਵੇਖੀ ਏਸ਼ੀਆਈ ਖੇਡਾਂ। ਵੈਰੀ ਗੁੱਡ ਬਾਈ। ਤੇ ਉਦੋਂ ਮੇਰੇ ਯਾਦ ਆ, ਉਦੋਂ ਖਬਰ ਵੀ ਲੱਗੀ ਨਵਦੀਪ ਸਿੰਘ ਗਿੱਲ ਦੀ ਏਸ਼ੀਆ ਖੇਡਾਂ ਬਾਰੇ ਕਿਤਾਬ ਬੀਜ਼ਿੰਗ ਓਲੰਪਿਕ 'ਚ ਰਿਲੀਜ਼। ਕੀ ਬਾਤ ਹੈ। ਤੇ ਇਸ ਕਰਕੇ ਫਿਰ ਜਦੋਂ ਮੈਂ ਓਲੰਪਿਕਸ ਤੋਂ ਆਇਆ, ਮੇਰੇ ਮੂਹਰੇ ਇੱਕ ਰਾਹ ਬਣ ਗਿਆ ਸੀ। ਫਿਰ ਮੈਂ ਓਲੰਪਿਕ ਦੀ ਕਿਤਾਬ ਲਿਖਣੀ ਸ਼ੁਰੂ ਕਰਤੀ। ਓਲੰਪਿਕ ਦਾ ਸਫ਼ਰਨਾਮਾ ਲਿਖਿਆ। ਇਨ ਬਿਟਵੀਨ ਮੈਂ ਕਾਮਨਵੈਲਥ ਗੇਮਸ ਦਿੱਲੀ ਆਈਆਂ, ਉਹ ਵੀ ਮੈਨੂੰ ਕਵਰ ਕਰਨ ਦਾ ਮੌਕਾ ਮਿਲਿਆ। ਫਿਰ ਮੈਂ ਓਲੰਪਿਕ ਖੇਡਾਂ ਦਾ ਸਫ਼ਰਨਾਮਾ ਲਿਖਿਆ, ਅੱਖੀ ਵੇਖੀਆਂ ਓਲੰਪਿਕ ਖੇਡਾਂ। ਇਹ ਸਫ਼ਰਨਾਮਾ ਜਦੋਂ ਲਿਖਿਆ ਮੈਂ, ਇਹ ਕਿਹੜੇ ਸੰਨ ਦੇ ਵਿੱਚ? ਇਹ 2008 ਚ ਕਵਰ ਕੀਤਾ, ਤੇ 2012 ਚ ਲਿਖਿਆ ਮੈਂ। 4 ਸਾਲ ਲੱਗੇ। 4 ਸਾਲ ਦਾ ਸਫ਼ਰ ਲੱਗਿਆ। ਇਹ ਉਹ ਦੌਰ ਸੀ। 2009 ਚ ਮੇਰੀ ਮੈਰਿਜ ਹੁੰਦੀ ਆ। 2010 ਦੇ ਵਿੱਚ ਮੇਰੀ ਬੇਟੀ ਦਾ ਬਰਥ ਹੁੰਦਾ, ਮਨਸਾਂਝ ਦਾ। ਮੈਂ ਉਹਨੂੰ ਡੈਡੀਕੇਟ ਕੀਤੀ ਕਿਤਾਬ। ਤੇ 2011 ਚ ਮੈਂ ਪੱਤਰਕਾਰੀ ਛੱਡਦਾ ਹੋਇਆ ਮੈਂ ਪਬਲਿਕ ਰਿਲੇਸ਼ਨ ਦੇ ਵਿੱਚ ਜੁਆਇਨ ਕਰ ਜਾਂਦਾ, ਸਰਕਾਰੀ ਡਿਪਾਰਟਮੈਂਟ, ਸਰਕਾਰੀ ਨੌਕਰੀ 'ਚ ਮੈਂ ਇਨਫੋਰਮੇਸ਼ਨ ਪਬਲਿਕ ਰਿਲੇਸ਼ਨ। ਮੈਂ ਕਿਤਾਬ ਦੋਸਤੋ ਤੁਹਾਨੂੰ ਦਿਖਾ ਦਿਆਂ, ਅੱਖੀਂ ਵੇਖੀਆਂ ਓਲੰਪਿਕ ਖੇਡਾਂ, ਤੇ ਇਤਿਹਾਸਕ ਕਿਤਾਬ, ਕਿਉਂਕਿ ਦੇਖੋ ਕਿ
ਮਤਲਬ ਕਿੰਨਾ ਕੁਝ ਜੁੜ ਜਾਂਦਾ। 8 ਦੇ ਵਿੱਚ ਖੇਡਾਂ ਹੁੰਦੀਆਂ ਤੇ ਬਾਈ ਦੇ ਜੀਵਨ ਦੇ ਸਫ਼ਰ ਦੇ ਵਿੱਚ ਨਵੇਂ ਸ਼ੁਰੂਆਤਾਂ ਵੀ ਆਉਂਦੀਆਂ ਨੇ, ਹਨਾ। ਜੀਵਨ ਸਾਥਣ ਦਾ ਨਾਲ ਜੁੜਨਾ ਤੇ ਸਾਡੀ ਬੇਟੀ ਦੀ ਆਮਦ ਹੋਣੀ, ਉਸ ਤੋਂ ਬਾਅਦ 4 ਸਾਲ ਦਾ ਵਕਫਾ, ਮਤਲਬ 2008 ਤੋਂ 12 ਤੱਕ ਦਾ 4 ਸਾਲ ਦਾ ਵਕਫਾ, ਪਰ ਪੁਖਤਗੀ ਨਾਲ ਓਲੰਪਿਕ ਖੇਡਾਂ ਦਾ ਜ਼ਿਕਰ ਜਿਹੜਾ ਹੈ ਉਹ ਇਸ ਸਫ਼ਰਨਾਮੇ ਦੇ ਵਿੱਚ ਕਿਤਾਬੀ ਰੂਪ ਦੇ ਵਿੱਚ ਸਾਡੇ ਕੋਲ ਆਉਂਦਾ। ਔਰ ਮੈਂ ਤੁਹਾਨੂੰ ਇੱਕ ਗੱਲ ਦੀ ਗਰੰਟੀ ਦਿੰਦਾ ਕਿ ਜੇ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਤੋਂ ਬਾਅਦ ਜੇ ਤੁਸੀਂ ਕਿਸੇ ਨੌਜਵਾਨ ਪੰਜਾਬੀ ਨੂੰ ਪੜ੍ਹਨਾ ਚਾਹੁੰਦੇ ਹੋ ਨਾ, ਖੇਡਾਂ ਦੇ ਵਿੱਚ ਦਿਲਚਸਪੀ ਪੈਦਾ ਕਰਾਉਣੀ ਹੈ ਸਾਡੀ ਨਸਲ ਦੀ, ਜਿਹੜੀ ਬਹੁਤ ਜ਼ਰੂਰੀ ਹੈ ਇਸ ਵਕਤ, ਤਾਂ ਵਾਰਤਕ ਪੜ੍ਹੋ ਨਵਦੀਪ ਸਿੰਘ ਗਿੱਲ ਹੋਰਾਂ ਦੀ, ਸਵਾਦ ਆਊਗਾ ਪੜ੍ਹ ਕੇ ਤੁਹਾਨੂੰ। ਅਖਬਾਰੀ ਆਰਟੀਕਲ ਤਾਂ ਤੁਸੀਂ ਪੜ੍ਹਦੇ ਹੀ ਹੋ ਬਾਈ ਹੋਰਾਂ ਦੇ। ਜੀ ਬਾਈ ਜੀ। ਮੈਂ 2011 ਚ ਪਬਲਿਕ ਰਿਲੇਸ਼ਨ ਜੁਆਇਨ ਕਰ ਲਈ ਤੇ ਸਰਕਾਰੀ ਰੁਝੇਵੇਂ ਹੋ ਗਏ, ਫੈਮਿਲੀ ਦੇ ਰੁਝੇਵੇਂ ਹੋ ਗਏ। ਮੈਂ ਉਦੋਂ ਕਿਉਂਕਿ ਗੇਮਾਂ ਕਵਰੇਜ ਕਰਨ ਨੂੰ ਵੀ ਹਟ ਗਿਆ, ਮੈਂ ਸਰਕਾਰੀ ਜੌਬ 'ਚ ਆ ਗਿਆ। ਮੈਨੂੰ ਫਿਰ ਇਹ ਸੀ ਕਿਤਾਬ ਮੇਰੀ ਡਿਲੇ ਹੋ ਰਹੀ ਆ, ਮੇਰੀ ਟਾਈਮਿੰਗਸ ਬਹੁਤ ਇੰਪੋਰਟੈਂਟ ਰਹੀਆਂ ਮੇਰੀ ਜ਼ਿੰਦਗੀ 'ਚ। ਜਦੋਂ 2012 ਦੀਆਂ ਲੰਡਨ ਓਲੰਪਿਕਸ ਹੋਣੀਆਂ ਸੀ, ਲੰਡਨ ਓਲੰਪਿਕਸ ਦੀ ਓਪਨਿੰਗ ਤੋਂ ਇੱਕ ਦਿਨ ਪਹਿਲਾਂ, ਕਿਉਂਕਿ ਆਪਾਂ ਮੀਡੀਆ ਲਾਈਨ ਵਾਲੇ ਆ, ਮੀਡੀਆ ਲਾਈਨ 'ਚ ਨਾ ਜਦੋਂ ਕੋਈ ਇਵੈਂਟ ਹੁੰਦਾ ਉਦੋਂ ਉਸ ਇਵੈਂਟ ਨੂੰ ਸਾਰੇ ਕਵਰ ਕਰਨਾ ਚਾਹੁੰਦੇ ਹੁੰਦੇ ਆ, ਉਹਦੇ ਬਾਰੇ ਕੁਝ ਵੀ ਹੋਵੇ ਨਾ, ਸੱਜੇ ਖੱਬੇ ਜਾਣਕਾਰੀ ਮਿਲੇ, ਓਲੰਪਿਕ ਕੀ ਆ। ਅੱਜ ਕੱਲ੍ਹ ਓਲੰਪਿਕ ਨੂੰ ਲੋਕ ਕੁਝ ਨਹੀਂ ਯਾਦ ਰੱਖਣਗੇ ਕੀ ਆ, ਪਰ ਜਦੋਂ ਓਲੰਪਿਕ ਦੇ ਦਿਨ ਹੁੰਦੇ ਆ ਉਦੋਂ ਓਲੰਪਿਕ ਬਾਰੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੋਵੇ। ਮੈਂ ਜੁਲਾਈ ਮਹੀਨੇ ਮੇਰਾ ਇੱਕ ਹੋਰ ਦੱਸਾਂ, ਲੰਡਨ ਓਲੰਪਿਕ ਦਾ ਮੇਰਾ ਐਕ੍ਰੈਡੀਟੇਸ਼ਨ ਕਾਰਡ ਬਣ ਗਿਆ ਸੀਗਾ, ਪਰ ਉਦੋਂ ਮੈਂ ਸਰਕਾਰੀ ਨੌਕਰੀ 'ਚ ਆ ਗਿਆ ਸੀ, ਮੈਂ ਜੁਆਇਨ ਕਵਰ ਨਹੀਂ ਕਰਨ ਗਿਆ। ਤੇ ਮੈਂ ਲੰਡਨ ਓਲੰਪਿਕ ਦੀ ਓਪਨਿੰਗ ਤੋਂ ਇੱਕ ਦਿਨ ਪਹਿਲਾਂ ਕਿਤਾਬ ਰਿਲੀਜ਼ ਕੀਤੀ, ਮੈਂ ਕਿਤਾਬ ਲਿਖ ਲਈ। ਫਿਰ ਮੇਰੀ ਦੌਰ ਆਇਆ ਲਾਈਫ ਦੇ ਵਿੱਚ 2013 'ਚ ਮੇਰੀ ਦੂਜੀ ਬੇਟੀ ਦਾ ਬਰਥ ਹੋਇਆ, ਗੁਰਨਾਜ਼ ਦਾ, ਤੇ ਫੈਮਿਲੀ ਦੇ ਰੁਝੇਵੇਂ ਹੋ ਗਏ, ਸਰਕਾਰੀ ਨੌਕਰੀ ਦੇ ਰੁਝੇਵੇਂ ਹੋ ਗਏ। ਫਿਰ ਮੈਂ ਕਾਫੀ ਕੱਟ ਆਫ ਹੋਇਆ ਲਿਖਣ ਵਾਲੇ ਪਾਸਿਓਂ, ਪਰ ਮੈਂ ਅਖਬਾਰਾਂ 'ਚ ਗਾਹੇ ਬਗਾਹੇ ਲਿਖਦਾ ਰਿਹਾ। ਮੈਨੂੰ ਬਹੁਤ ਬੰਦਿਆਂ ਨੇ ਕਿਹਾ, ਕੁਝ ਬੰਦਿਆਂ ਨੇ ਮੈਨੂੰ ਚੈਲੰਜ ਵੀ ਕੀਤਾ ਕਿ ਹੁਣ ਦੇਖਦੇ ਆ ਵੀ ਤੂੰ ਇਹਨੂੰ ਕਿਵੇਂ ਕੰਟੀਨਿਊਸ ਰੱਖਦਾ। ਮੈਂ ਜਦੋਂ ਪੱਤਰਕਾਰੀ ਤੋਂ ਪਬਲਿਕ ਰਿਲੇਸ਼ਨ 'ਚ ਆਇਆ, ਮੈਨੂੰ ਕਈ ਦੋਸਤਾਂ ਨੇ ਕਿਹਾ ਵੀ ਹੁਣ ਤੇਰਾ ਲਿਖਣਾ ਬੰਦ ਹੋ ਜੂ, ਕਿਉਂਕਿ ਮੈਂ ਜਦੋਂ ਲੰਡਨ ਓਲੰਪਿਕ ਨਹੀਂ ਕਵਰ ਕਰਨ ਗਿਆ ਤਾਂ ਮੈਨੂੰ ਬਹੁਤ ਬੰਦਿਆਂ ਨੇ ਕਿਹਾ ਹੁਣ ਤੂੰ ਗੇਮਾਂ ਨਹੀਂ ਕਵਰ ਕਰਨ ਜਾ ਰਿਹਾ। ਫਿਰ 2016 ਦੀਆਂ ਰੀਓ ਓਲੰਪਿਕਸ ਆ ਗਈਆਂ, ਤੂੰ ਉੱਥੇ ਨਹੀਂ ਕਵਰ ਕਰਨ ਗਿਆ। ਤੇ ਜ਼ਿੰਦਗੀ ਦੀ ਤਾਂਘ ਤੱਕ ਤੇ ਮੈਨੂੰ ਇੱਕ ਸੈਟੀਸਫੈਕਸ਼ਨ ਸੀ, ਮੈਂ ਏਸ਼ੀਅਨ ਵੀ ਕਵਰ ਕਰ ਲਈਆਂ, ਕਾਮਨਵੈਲਥ ਵੀ ਕਰ ਲਈਆਂ, ਓਲੰਪਿਕ ਵੀ ਕਰ ਲਈਆਂ, ਮੈਂ ਸੈਟੀਸਫਾਈ ਸੀ ਆਪਣੀ ਲਾਈਫ ਤੋਂ। ਪਰ ਮੈਂ ਲਿਖਣ ਦਾ ਕੰਮ ਨਹੀਂ ਛੱਡਿਆ। ਮੈਨੂੰ ਕਈ ਬੰਦਿਆਂ ਨੇ ਕਿਹਾ ਵੀ ਜੇ ਤੂੰ ਪੱਤਰਕਾਰੀ ਨਾਲ ਜੁੜਿਆ ਰਹਿਣਾ ਚਾਹੁੰਦਾ, ਖੇਡ ਲਿਖਣੀ ਨਾਲ, ਤਾਂ ਲਿਖਣਾ ਨਾ ਬੰਦ ਕਰੀ। ਬਿਲਕੁਲ, ਮੇਰੇ ਜਿੰਨੇ ਗੁਰੂ ਸੀ, ਪ੍ਰਿੰਸੀਪਲ ਸਾਹਿਬ ਹੋ ਗਏ, ਗੁਰਭਜਨ ਗਿੱਲ ਸਾਹਿਬ ਹੋ ਗਏ, ਇਹਨਾਂ ਨੇ ਮੈਨੂੰ ਮੋਟੀਵੇਟ ਕਰਦੇ ਰਹਿਣਾ। ਮੇਰੇ ਫਿਰ ਦਿਮਾਗ 'ਚ ਇੱਕ ਹੋਰ ਆਈਡੀਆ ਆਇਆ, ਜਦੋਂ ਮੈਂ ਇਹ ਦੌਰ ਚੋਂ ਲੰਘ ਰਿਹਾ ਸੀ 12 ਤੋਂ ਲੈ ਕੇ ਫਸੇ ਹੋਏ ਆ, ਮੈਂ ਇਹ 6-7 ਸਾਲ ਮੈਂ ਲਿਖਦਾ ਤੇ ਰਿਹਾ ਖੇਡਾਂ ਬਾਰੇ। ਫਿਰ ਮੈਂ ਲਿਖਿਆ, ਮੇਰੇ 16-17 ਤੋਂ ਮੈਂ ਲਿਖਣ ਲੱਗਾ, ਮੈਂ ਕੀ ਲਿਖਾਂ। ਹਰ ਇੱਕ ਵਾਰ ਤੁਹਾਨੂੰ ਨਵਾਂਪਨ ਕਰਨ ਤਾਂ ਹੁੰਦੀ ਆ ਵੀ ਰੇਖਾ ਚਿੱਤਰ ਵੀ ਲਿਖਤੇ, ਮੈਂ ਖੇਡਾਂ ਦੀਆਂ ਜੀਵਨੀਆਂ ਵੀ ਲਿਖਤੀਆਂ। ਫਿਰ ਮੈਂ ਰੀਕਾਲ ਕਰਨ ਲੱਗ ਗਿਆ, ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਅਣਖੀ ਸਾਹਿਬ ਤੇ ਗਾਸੋ ਸਾਹਿਬ। ਬਿਲਕੁਲ ਜੀ, ਗਾਸੋ ਸਾਹਿਬ ਮੇਰੇ ਫਾਦਰ ਦੇ ਕੁਲੀਗ ਸੀ। ਮੇਰੇ ਫਾਦਰ ਚੀਮਾ ਜੋਧਪੁਰ ਸਕੂਲ 'ਚ ਡੀਪੀ ਮਾਸਟਰ ਸੀ, ਗਾਸੋ ਸਾਹਿਬ ਪੀਟੀ ਮਾਸਟਰ ਸੀ, ਪਰ ਉਹਨਾਂ ਨਾਲ ਲਿਟਰੇਚਰ ਕਰਕੇ ਸਾਹ ਸੀ। ਅਣਖੀ ਸਾਹਿਬ ਬਰਨਾਲੇ ਰਹਿੰਦੇ ਸੀ, ਪੱਠਲ ਸਾਹਿਬ ਤੋਂ ਮੈਂ ਪੜ੍ਹਿਆ। ਗਿੱਲ ਸਾਹਿਬ ਤੇ ਮੈਨੂੰ ਦਮਦਮੀ ਸਾਹਿਬ ਨੇ ਬਹੁਤ ਸਪੋਰਟ ਕੀਤੀ, ਸ਼ਮਸ਼ੇਰ ਸੰਧੂ ਨੇ ਕੀਤੀ, ਜੱਸੋਵਾਲ ਸਾਹਿਬ ਨਾਲ ਮੇਰਾ ਬੜਾ ਪਿਆਰ ਰਿਹਾ, ਜਸਦੇਵ ਜੱਸੋਵਾਲ ਜੀ ਨਾਲ। ਹਾਂਜੀ ਬਈ ਰੋਕਦਾ ਬਾਈ, ਬ੍ਰੇਕ ਆ ਗਈ ਤੇ ਆਹ ਸਫ਼ਰ ਨੂੰ ਨਾ ਬ੍ਰੇਕ ਦੇ ਵਿੱਚ ਵੰਡਣਾ ਪੈਂਦਾ। ਹੁਣ ਕਰੀਏ ਕੀ ਬਾਈ, ਇਹ ਵਕਤ ਦਾ ਤਕਾਜ਼ਾ ਹੈ। ਸੋ ਮਿਲਦੇ ਆ ਬ੍ਰੇਕ ਦੇ ਅਗਲੇਰੇ ਪਾਰ, ਤੇ ਸਾਂਝ ਬਾਈ ਨਵਦੀਪ ਗਿੱਲ ਹੋਰਾਂ ਨਾਲ ਇਦਾਂ ਹੀ ਪਾਉਂਦੇ ਰਹਾਂਗੇ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ। ਬਿਲਕੁਲ ਵੀ ਗੱਲਾਂ ਬਾਤਾਂ 'ਚ ਮੈਂ ਸਮਾਂ ਨਹੀਂ ਗਵਾਉਂਗਾ, ਸਿੱਧਾ ਸਵਾਗਤ ਬਾਈ ਦਾ ਫੇਰ ਤੋਂ, ਕਿਉਂਕਿ ਸਮਾਂ ਘੱਟ ਹੈ। ਫਿਰ ਬਾਈ ਜਿਹੜੀ ਕਿਤਾਬ ਆਉਂਦੀ ਹੈ ਨਾ, ਉਹ ਕਿਆ ਉਹਦਾ ਟਾਈਟਲ 9 ਲੱਖਾ ਬਾਗ। ਇਹ ਸਾਡੀ ਪੰਜਾਬੀ ਸਾਹਿਤਕਾਰੀ ਦਾ ਉਹ ਬਾਗ ਬਾਈ ਨੇ, ਮਤਲਬ ਬਾਗ 2-3 ਤਰ੍ਹਾਂ ਦੇ ਬਾਗ, ਇੱਕ ਬਾਗ ਜਿਹੜਾ ਜ਼ਮੀਨੀ ਰੂਪ ਦੇ ਵਿੱਚ ਬਾਗ, ਇੱਕ ਬਾਗ ਜਿਹੜਾ ਉਹ ਇਦਾਂ ਕਰਕੇ ਚੋਪ ਫੁਲਕਾਰੀ ਵਾਲਾ ਜਿਹੜਾ ਬਾਗ ਹੈ, ਇਹ ਉਸ ਬਾਗ ਦਾ ਬਿਰਤਾਂਤ ਸਿਰਜਦਾ, ਸੋਹਣੀ ਫੁਲਕਾਰੀ ਵਾਲਾ ਬਾਗ। ਇਹ ਬਾਈ ਨਵਦੀਪ ਹੋਰਾਂ ਨੇ ਸਿਰਜਿਆ। ਸਾਰੀਆਂ ਮਹਾਨ ਸ਼ਖਸੀਅਤਾਂ ਦੀ ਗੱਲ ਬਾਈ ਇਸ ਕਿਤਾਬ ਬਾਰੇ ਜਾਣਨਾ ਪਾਇਓ ਪਲੀਜ਼। ਇਹ ਕਿਤਾਬ ਦੀ ਮੈਂ ਗੱਲ ਕਰ ਰਿਹਾ ਸੀ, ਜਦੋਂ ਮੈਂ ਜ਼ਿੰਦਗੀ ਜਿਨ੍ਹਾਂ ਬੰਦਿਆਂ ਤੇ ਮੇਰੇ ਰੋਲ ਰਿਹਾ ਨਾ, ਗਾਸੋ ਸਾਹਿਬ ਤੇ ਅਣਖੀ ਸਾਹਿਬ ਨੂੰ ਦੇਖ ਕੇ ਮੈਂ ਲਿਖਣਾ ਸਿੱਖਿਆ। ਜੀ ਬਾਈ, ਮੈਨੂੰ ਮੇਰੀ ਜਿਨ੍ਹਾਂ ਨੇ ਬਾਂਹ ਫੜੀ, ਜਿਨ੍ਹਾਂ ਨੇ ਜ਼ਿੰਦਗੀ 'ਚ ਜੋੜਾ ਸਾਹਿਬ ਨਾਲ ਮੇਰਾ ਬੜਾ ਪਿਆਰ ਰਿਹਾ, ਸ਼ਮਸ਼ੇਰ ਸੰਧੂ ਨੇ ਮੈਨੂੰ ਪੰਜਾਬੀ ਟੀਮ 'ਚ ਬੜੀ ਸਪੋਰਟ ਕੀਤੀ, ਦਮਦਮੀ ਸਾਹਿਬ ਨੇ, ਗੁਰਭਜਨ ਗਿੱਲ ਸਾਹਿਬ ਨੇ, ਜੱਸੋਵਾਲ ਸਾਹਿਬ ਨੇ ਮੈਨੂੰ ਬੜਾ ਪਿਆਰ ਦਿੱਤਾ। ਮੈਂ ਉਹਨਾਂ ਬੰਦਿਆਂ ਨੂੰ ਇੱਕ ਨਾ ਟ੍ਰਿਬਿਊਟ ਕਰਨਾ ਚਾਹੁੰਦਾ ਸੀ, ਜਿਨ੍ਹਾਂ ਬੰਦਿਆਂ ਨੇ ਜ਼ਿੰਦਗੀ 'ਚ ਮੇਰੇ, ਜਿਹਨੂੰ ਆਪਾਂ ਇੰਗਲਿਸ਼ 'ਚ ਮੈਂਟੋਰ ਕਹਿੰਦੇ ਆ, ਮੇਰੇ ਰਾਹ ਦਸੇਰੇ, ਜਿਹੜੇ ਮੇਰੇ ਪ੍ਰੇਰਨਾ ਸਰੋਤ ਆ। ਮੈਂ ਸੋਚਿਆ ਵੀ ਕਿਉਂ ਨਾ ਜਿਹੜੀ ਇਹੋ ਜਿਹੀ ਕਿਤਾਬ ਲਿਖਾਂ ਵੀ ਜਿਨ੍ਹਾਂ ਬੰਦਿਆਂ ਨੇ ਜ਼ਿੰਦਗੀ 'ਚ ਮੈਨੂੰ ਬਹੁਤ ਪ੍ਰੇਰਿਆ, ਉਹਨਾਂ ਬਾਰੇ ਮੈਂ ਕਿਤਾਬ ਲਿਖਾਂ। ਬਿਲਕੁਲ, ਬੰਦੇ ਸਾਰੇ ਨਾਨ ਸਪੋਰਟਸ ਵਾਲੇ ਆ, ਮੇਰੇ ਬਾਰੇ ਸਾਰੇ ਸਪੋਰਟਸ ਦਾ ਸੀਗਾ। ਇੱਕ ਹੁੰਦਾ ਨਾ ਤੁਹਾਡੇ ਤੇ ਇੱਕ ਲੱਗਿਆ ਹੋਇਆ ਠੱਪਾ ਲੱਗਿਆ ਵੀ ਸਪੋਰਟਸ ਤੋਂ ਬਿਨਾਂ ਲਿਖ ਨਹੀਂ ਸਕਦਾ। ਬਿਲਕੁਲ ਸਹੀ, ਲਿਟਰੇਚਰ ਦਾ ਵੀ ਸ਼ੌਂਕ ਸੀ, ਮਤਲਬ ਇੱਕ ਜਿਹਨੂੰ ਕਹਿੰਦੇ ਚੈਲੰਜ ਵੀ ਹੁੰਦਾ ਵੀ ਸਪੋਰਟਸ ਤੇ। ਮੈਂ ਹੁਣ ਜਿਵੇਂ ਗਾਸੋ ਸਾਹਿਬ ਤੇ ਲਿਖਿਆ,
ਅਣਖੀ ਸਾਹਿਬ ਤੇ ਲਿਖਿਆ, ਤੇ ਅਣਖੀ ਸਾਹਿਬ ਦੇ ਮੈਨੂੰ ਕਈ ਨਾਵਲ ਜਿਹੜੇ ਨਹੀਂ ਵੀ ਪੜ੍ਹੇ ਸੀ ਦੁਬਾਰਾ ਪੜ੍ਹੇ ਮੈਂ ਪੜ੍ਹਨੇ ਪਏ। ਹਾਂ, ਮੈਂ ਪੋਇਟਰੀ ਦਾ ਬਹੁਤ ਘੱਟ ਸ਼ੌਕੀਨ ਆ, ਯੈਸ, ਪੋਇਟਰੀ ਬਹੁਤ ਘੱਟ ਪੜ੍ਹਦਾ, ਹਾਲਾਂਕਿ ਪਾਸ਼ ਦੀ, ਉਦਾਸੀ ਦੀ ਮੈਂ ਬੜੀ ਪੜ੍ਹੀ ਆ ਕਈ ਜਿਹੜੀ, ਪਰ ਮੈਂ ਵਾਰਤਕ ਨੂੰ ਲਾਈਕ ਕਰਦਾ। ਪਰ ਜੇ ਮੈਂ ਭੱਠਲ ਸਾਹਿਬ ਤੇ ਗਿੱਲ ਸਾਹਿਬ ਤੇ ਲਿਖਿਆ, ਤੇ ਭੱਠਲ ਸਾਹਿਬ ਤੇ ਗਿੱਲ ਸਾਹਿਬ ਦੀ ਮੈਂ ਸਾਰੀ ਪੋਇਟਰੀ ਪੜ੍ਹੀ। ਬਿਲਕੁਲ। ਗਿੱਲ ਸਾਹਿਬ ਨੇ ਇੱਕ ਲਿਖਿਆ, ਇਹ ਰਣ ਹੈ ਪੌਣ ਸਵਾਰਾਂ ਦੇ, ਦੁਨੀਆ ਨਹੀਂ ਕੰਮ ਦਿਲਿਆਂ ਦੀ, ਨੀਹਾਂ ਦੇ ਵਿੱਚ ਸਿਰ ਹੋਵੇ ਮੁੱਲ ਪੈ ਜਾਂਦਾ ਦੁਬਾਰਾ ਦਾ। ਓਏ ਹੋਏ, ਸ਼ਾਇਦ ਅੱਗੇ ਪਿੱਛੇ ਬੋਲਿਆ ਹੋ ਸਕਦਾ ਅੱਗੇ ਪਰ ਪਿੱਛੇ, ਉਹਨਾਂ ਨੇ ਗੱਲ ਲਿਖੀ। ਜਦੋਂ ਮੈਂ ਉਹਨਾਂ ਦੀ ਪੋਇਟਰੀ ਪੜ੍ਹੀ, ਮੈਂ ਗਿੱਲ ਸਾਹਿਬ ਇਹ ਤੁਸੀਂ ਲਿਖਿਆ? ਮੈਨੂੰ ਇਹ ਨਹੀਂ ਪਤਾ ਸੀਗਾ। ਇੱਕ ਚੁੱਪ ਵਾਲੀ ਮਾਰ ਭਾਜਨ ਮਾਨ ਨੇ ਗਾਣਾ ਗਾਇਆ, ਮੈਨੂੰ ਉਹ ਨਹੀਂ ਪਤਾ ਸੀਗਾ, ਪਰ ਉਹ ਗਿੱਲ ਸਾਹਿਬ ਦੀ ਜੋ ਪੋਇਟਰੀ ਪੜ੍ਹੀ, ਉਹ ਗਿੱਲ ਸਾਹਿਬ ਨੇ ਲਿਖਿਆ, ਚੁੱਪ ਵਾਲੀ ਮਾਰ ਨਾ ਮਾਰ ਤੂੰ ਪਿਆਰਿਆ। ਕਿਉਂਕਿ ਪੋਇਟਰੀ ਪਹਿਲੀ ਵਾਰ ਪੜ੍ਹੀ ਮੈਂ ਨਾਟਕ ਵੀ ਪੜ੍ਹੇ, ਦਮਦਮੀ ਸਾਹਿਬ ਦਾ ਪੁਰਾਣਾ ਪਿਛੋਕੜ ਪੜ੍ਹਿਆ ਮੈਂ, ਤੇ ਇਸ ਕਰਕੇ ਮੈਨੂੰ ਉਦੋਂ ਬਹੁਤ ਰਿਸਰਚ ਕੀਤੀ ਕਿਤਾਬ ਤੇ। ਮੈਂ ਉਦੋਂ ਬਹੁਤ ਵੱਡੇ ਖੁੱਲੇ ਰੇਖਾ ਚਿੱਤਰ ਲਿਖੇ, ਮੇਰੀ ਪੌਣੇ 200 ਸਫ਼ੇ ਦੀ ਕਿਤਾਬ ਆ, ਮਤਲਬ ਕਿ ਮੈਂ 5-5 6-6 ਸਫ਼ਿਆਂ 10-10 ਵਰਡ ਦੇ, ਮੈਂ ਇਹਦੇ ਵਿੱਚ 10,000 ਸ਼ਬਦਾਂ ਦਾ ਰੇਖਾ ਚਿੱਤਰ ਲਿਖਿਆ, ਤੇ 9 ਲੱਖਾਂ ਬਾਗ। ਇਹਦੇ ਵਿੱਚ ਮੈਂ ਕਿਸੇ ਨੂੰ ਥਾਮਸ ਹਾਰਡੀ ਕਿਹਾ, ਗੁਰਭਜਨ ਗਿੱਲ ਨੂੰ ਗੂਗਲ ਗਿੱਲ ਅੰਕਲ ਕਿਹਾ, ਮੈਂ ਨਿਰਮਲ ਜੋੜੇ ਨੂੰ ਅਥਰਾ ਘੋੜਾ ਕਿਹਾ, ਮਤਲਬ ਕਿ ਹਰੇਕ ਨੂੰ ਮੈਂ ਕੁਛ ਨਾ ਪ੍ਰਿੰਸੀਪਲ ਸਾਹਿਬ ਨੂੰ ਸ਼ਬਦਾਂ ਦਾ 올림픽ੀਅਨ ਕਿਹਾ। ਨੋ ਡਾਊਟ। ਤੇ ਮੈਂ ਇਹਦੇ ਵਿੱਚ ਨਾ ਮਤਲਬ ਕਿ ਭੱਠਲ ਸਾਹਿਬ ਥੋੜਾ ਚੁੱਪ ਰਹਿੰਦੇ, ਚੁੱਪ ਦੀ ਬੁੱਕਲ ਲਿਖਿਆ ਉਹਨਾਂ ਨੂੰ ਮੈਂ ਉਹਦਾ ਸਿਰਲੇਖ ਵੀ ਇਹੋ ਜਿਹੇ ਦਿੱਤੇ, ਬਹੁਤ ਸੋਹਣੇ ਨੇ। ਤੇ ਇਸ ਕਰਕੇ ਮੈਨੂੰ ਇਹ ਸੀ ਵੀ ਮੈਂ ਇਹ ਕਿਤਾਬ ਲਿਖੀ 2019 ਦੇ ਵਿੱਚ, ਛਪੀ ਮੇਰੀ ਕਿਤਾਬ। ਗਿੱਲ ਸਾਹਿਬ ਨੇ ਹੀ ਮੈਨੂੰ ਕਿਤਾਬ ਇਹ ਰਿਲੀਜ਼ ਕੀਤੀ, ਡਾਕਟਰ SP ਸਿੰਘ ਉਹਨਾਂ ਨੇ, ਤੇ ਲੁਧਿਆਣੇ ਰਿਲੀਜ਼ ਕੀਤੀ, GGN ਕਾਲਜ 'ਚ ਅਸੀਂ। ਤੇ ਮੈਨੂੰ ਉਦੋਂ ਲੱਗਿਆ ਵੀ ਮੇਰਾ 7 ਸਾਲ ਦਾ ਗੈਪ ਪਿਆ ਸੀ, ਉਹ ਗੈਪ ਦੂਰ ਹੋ ਗਿਆ ਬਾਈ। ਜਦੋਂ ਗੈਪ ਦੂਰ ਹੋਇਆ ਨਾ, ਕਈ ਵਾਰ ਤੁਹਾਨੂੰ ਸਟਾਰਟ ਰੁਕਿਆ ਹੁੰਦਾ ਤੁਹਾਡਾ। 19 'ਚ ਮੇਰਾ ਜਦੋਂ ਗੈਪ ਰੁਕਿਆ ਨਾ, ਮੈਂ ਫਿਰ ਨਾ ਮੈਂ ਸੋਚ ਲਿਆ ਵੀ ਜਿਹੜਾ 7 ਸਾਲ ਦਾ ਗੈਪ ਪਿਆ, ਬਹੁਤ ਪੈ ਗਿਆ ਗੈਪ, ਹੁਣ ਗੈਪ ਨਹੀਂ ਪਾਉਣਾ। ਫਿਰ ਮੈਨੂੰ ਚੈਲੰਜ ਆਇਆ, ਮੈਨੂੰ ਗਿੱਲ ਸਾਹਿਬ ਨੇ ਕਿਹਾ ਵੀ ਨਵਦੀਪ ਪੁਰਾਣੇ ਖਿਡਾਰੀਆਂ ਨੂੰ ਸੁਰਜੀਤ ਕਰ। ਮੈਨੂੰ ਗਿੱਲ ਸਾਹਿਬ ਬਹੁਤ ਮੋਟੀਵੇਟ ਕਰਦੇ ਰਹਿੰਦੇ ਆ, ਕੁਝ ਮੈਨੂੰ ਪੁਰਾਣੇ ਖਿਡਾਰੀਆਂ ਨੂੰ ਉਭਾਰਨ ਦਾ ਸ਼ੌਂਕ ਵੀ ਸੀਗਾ, ਉਹਨਾਂ ਨੂੰ ਮੇਰਾ ਕੰਮ ਹੈ ਹੀ ਬਹੁਤ ਵਧੀਆ, ਉਹਨਾਂ ਨੂੰ ਮੇਰਾ ਸ਼ੌਂਕ ਪਤਾ ਸੀ। ਮੈਨੂੰ ਕਹਿੰਦੇ ਜਿਹੜੇ ਯਾਰ ਖਿਡਾਰੀ ਉਹਨਾਂ ਦਿਨਾਂ 'ਚ ਕੋਟਲਾ ਸ਼ਾਹੀਆਂ ਖੇਡਾਂ ਤੇ ਪ੍ਰਿਥੀਪਾਲ ਭਾਜੀ ਗੇਮਾਂ ਕਰਾਉਂਦੇ ਸੀ, ਗੁਰਬਚਨ ਰੰਧਾਵਾ ਜੀ ਆਏ ਤੇ ਕਹਿੰਦੇ ਰੰਧਾਵਾ ਸਾਹਿਬ ਬਾਰੇ ਜ਼ਰੂਰ ਤੂੰ ਲਿਖ, ਸਰਬਣ ਬੱਲ ਬਾਰੇ ਲਿਖ, ਇਹਨਾਂ ਨੂੰ ਦੁਨੀਆ ਜਾਣਦੀ ਨਹੀਂ। ਮਿਲਖਾ ਸਿੰਘ ਨੂੰ ਹਰ ਕੋਈ ਜਾਣਦਾ, ਮਿਲਖਾ ਸਿੰਘ 올림픽 ਚੌਥੇ ਤੇ ਆਇਆ, ਰੰਧਾਵਾ 5ਵੇਂ ਤੇ। ਮਿਲਖਾ 1958 ਟੋਕੀਓ 'ਚ ਬੈਸਟ ਐਥਲੀਟ ਬਣਦਾ, ਤੇ ਰੰਧਾਵਾ 1962 'ਚ ਬੈਸਟ ਐਥਲੀਟ ਬਣਦਾ ਜਕਾਰਤਾ 'ਚ, ਪਦਮ ਸ਼੍ਰੀ ਵੀ ਜਿੱਤਿਆ, ਪਹਿਲਾ ਅਰਜੁਨ ਅਵਾਰਡ ਵੀ ਉਹਦੇ ਕੋਲੇ ਆ। ਡਕੈਥਲਨ ਕਰ ਰਿਹਾ, ਹਰਡਲਰ ਕਰਦਾ, ਹਰਡਲ ਦਾ 올림픽 ਫਾਈਨਲਿਸਟ, ਬਹੁਤ ਔਖੀ ਗੇਮ ਆ। ਇਹਨੂੰ ਪੰਜਾਬ 'ਚ ਕੋਈ ਜਾਣਦਾ ਨਹੀਂ। ਮੈਂ ਜਦੋਂ ਪੰਜਾਬ 'ਚ ਕਿਸੇ ਨਾਲ ਗੱਲ ਕਰਾਂ ਤਾਂ ਬਹੁਤਿਆਂ ਨੂੰ ਰੰਧਾਵੇ ਬਾਰੇ ਨਾ ਪਤਾ, ਗੁਰਬਚਨ ਰੰਧਾਵਾ ਕੌਣ ਆ। ਫਿਰ ਮੈਂ ਉਹਨੂੰ ਚੈਲੰਜ ਲਿਆ 2019 ਦੇ ਵਿੱਚ। ਵੈਰੀ ਗੁੱਡ ਯਾਰ। ਮੈਂ 3 ਸਾਲ ਨਿੱਠ ਕੇ ਗੁਰਬਚਨ ਰੰਧਾਵਾ ਦੀ ਜੀਵਨੀ ਤੇ ਕੰਮ ਕੀਤਾ। ਜੋ ਲਾਕਡਾਊਨ ਦਾ ਸਮਾਂ ਆਇਆ, ਲਾਕਡਾਊਨ ਦੇ ਸਮੇਂ 'ਚ ਮੈਂ ਹੋਰ ਮਿਹਨਤ ਕੀਤੀ। 3 ਸਾਲ ਦੇ ਮੈਂ ਲਾ ਕੇ 300 ਸਫ਼ਿਆਂ ਦੀ ਫਿਰ ਮੈਂ ਇੱਕ ਜੀਵਨੀ ਲਿਖੀ, 올림픽ੀਅਨ ਗੁਰਬਚਨ ਰੰਧਾਵਾ ਦੀ ਉਡਨਾਬਾਜ਼। ਕਮਾਲ ਦੀ ਕਿਤਾਬ। ਬਿਲਕੁਲ ਮੈਨੂੰ ਨਵਦੀਪ ਦੀ ਗੱਲ ਨੇ ਬਹੁਤ ਮੁਤਾਸਰ ਕੀਤਾ ਕਿ ਮਿਲਖਾ ਸਿੰਘ ਨੂੰ ਸਾਰੇ ਜਾਣਦੇ ਨੇ, ਬਾਈ ਗੁਰਬਚਨ ਸਿੰਘ ਰੰਧਾਵਾ ਹੋਰਾਂ ਨੂੰ ਕਿਉਂ ਨਹੀਂ। ਤੇ ਇਹ ਸਾਡੇ ਜਿਹੜੇ ਉਡਨੇਬਾਜ਼ ਸੀ, ਇਹਨਾਂ ਦਾ ਸਾਡੇ ਨਾਲ ਜਾਣ ਪਛਾਣ ਹੋਣੀ ਬਹੁਤ ਲਾਜ਼ਮੀ ਹੈ। ਤੁਹਾਡੇ ਪਰਿਵਾਰ ਤੱਕ ਔਰ ਤੁਹਾਡੇ ਬੱਚਿਆਂ ਤੱਕ ਇਹਨਾਂ ਕਿਤਾਬਾਂ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਡੇ ਪੰਜਾਬੀਆਂ ਨੇ ਕਿੱਥੇ ਕਿੱਥੇ ਜਾ ਕੇ ਕਿਹੜੀਆਂ ਮੋੜੀਆਂ ਗੱਡੀਆਂ ਨੇ, ਤੇ ਉਹ ਹੁਣ ਤਾਈਂ ਪੱਟ ਵੀ ਨਹੀਂ ਹੋਈਆਂ ਹੈਗੀਆਂ। ਮਤਲਬ ਇੰਨੇ ਕਮਾਲ ਦੇ ਕੰਮ ਕਰਕੇ ਗਏ। ਮੈਂ ਹਮੇਸ਼ਾ ਗੱਲ ਕਰਦਾ 21ਵੀਂ ਸਦੀ ਦੇ ਯੁੱਗ 'ਚ ਸਾਡੇ ਕੋਲੇ ਗੱਡੀਆਂ ਕਾਰਾਂ ਨੇ, ਜਦੋਂ ਇਹ ਮਿਹਨਤਾਂ ਕਰਦੇ ਸੀ ਇਹਨਾਂ ਕੋਲੇ ਕੱਖ ਵੀ ਨਹੀਂ ਸੀ, ਹੈ ਨਾ ਬਾਈ। ਹਾਰਡਲਾਂ ਟੁੱਟੀਆਂ ਜੈਵਲਿਨਾਂ ਨੂੰ ਰੱਖ ਕੇ ਹਾਰਡਲਾਂ 'ਚ ਪ੍ਰੈਕਟਿਸ ਕਰਦੇ ਸੀ। ਕਿਉਂਕਿ ਪ੍ਰਵੀਨ ਦੀ ਤੁਸੀਂ ਸ਼ੁਰੂਆਤ ਕੀਤੀ ਆ, ਪ੍ਰਵੀਨ ਜਿਹੜਾ 1.25 ਕਿਲੋ ਮੀਟ ਸਰਹਾਲੀ 'ਚ ਖਾਂਦਾ ਸੀ, NIS ਕੈਂਪ 'ਚ ਉਹਨੂੰ ਸਿਰਫ 2 ਚਿਕਨ ਦੇ ਪੀਸ ਨਾਲ ਰੋਟੀ ਮਿਲਦੀ ਸੀ। ਕਹਿੰਦਾ ਮੈਂ ਸਾਰੀ ਰੋਟੀ ਤਰੀ ਨਾ ਖਾਣੀ, ਆਖਰੀ 2 ਬੁਰਕੀਆਂ 2 ਚਿਕਨ ਦੇ ਪੀਸ ਖਾਣੇ ਸਵਾਦ ਵਾਸਤੇ। ਕਹਿੰਦਾ ਮੇਰੀ NIS 'ਚ ਆ ਕੇ ਪਰਫਾਰਮੈਂਸ ਘਟ ਜਾਂਦੀ ਸੀ। ਅੱਜ ਕੱਲ ਚਲੋ ਨੀਰਜ ਚੋਪੜਾ ਸਾਡਾ ਬਹੁਤ ਵਧੀਆ ਪਲੇਅਰ ਆ, ਉਹਨੇ ਜਾ ਕੇ ਉਹਦੇ ਤੇ ਡਿਵੈਲਪਮੈਂਟ ਵੀ ਹੋਈ, ਅਮਰੀਕਾ 'ਚ ਵੀ ਟ੍ਰੇਨਿੰਗ ਮਿਲੀ, ਉਹਨੂੰ ਵਧੀਆ ਕੋਚ ਮਿਲੇ, ਉਹਦਾ 골ਡ ਮੈਡਲ ਆਇਆ। ਇਹ ਖਿਡਾਰੀ ਰਾਜਦੀਪ ਗਿੱਲ ਸਾਹਿਬ ਦਾ ਮੈਂ ਜ਼ਿਕਰ ਜ਼ਰੂਰ ਕਰਾਂਗਾ, DGP ਸਾਹਿਬ ਰਹੇ ਨੇ, ਉਹਨਾਂ ਨੇ ਇਹਨਾਂ ਖਿਡਾਰੀਆਂ ਬਾਰੇ ਮੈਨੂੰ ਦੱਸਣਾ ਵੀ ਗੁਰਬਚਨ ਜੀ ਨੈਚੁਰਲ ਐਥਲੀਟ ਸੀਗਾ, ਡਕੈਥਲੀਟ ਸੀਗਾ, ਹਰ ਗੇਮ ਕਰਦਾ ਸੀ ਨੈਚੁਰਲ। ਮਤਲਬ ਉਹਦੇ ਬਾਰੇ ਕਹਿੰਦੇ ਹਰਫਨਮੌਲਾ ਸੀ, ਜੰਪਿੰਗ, ਥਰੋਇੰਗ ਤੇ ਸਪ੍ਰਿੰਟ, ਤਿੰਨਾਂ 'ਚ ਨੈਸ਼ਨਲ ਰਿਕਾਰਡ, 2 ਦਿਨਾਂ 'ਚ 4 ਨੈਸ਼ਨਲ ਰਿਕਾਰਡ ਤੋੜੇ। ਕੀ ਬਾਤ ਹੈ। ਪ੍ਰਵੀਨ ਕਹਿੰਦੇ 6.5 ਫੁੱਟ ਦਾ ਜਦੋਂ ਖੜਦਾ ਸੀ, ਐਡਾ ਤਕੜਾ। ਪ੍ਰਦੁਮਨ ਸਾਡਾ ਐਡਾ ਤਕੜਾ ਖਿਡਾਰੀ ਸੀਗਾ। ਕਹਿੰਦੇ ਇਹਨਾਂ ਖਿਡਾਰੀਆਂ 'ਚ ਉਹ ਟੈਲੈਂਟ ਸੀ। ਮਹਿੰਦਰ ਗਿੱਲ ਵੀ ਇਹ ਬੰਦੇ 30 ਛਾਲ ਮਾਰਦਾ ਸੀ, ਕਹਿੰਦੇ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਮਿਲੀ ਹੁੰਦੀ, ਇਹ ਤਾਂ 올림픽 ਜਿੱਤਦੇ। ਤਾਂ ਮੈਂ ਇਹ ਕਿਤਾਬ 'ਚ ਬਹੁਤ ਸਰਚ ਕੀਤੀ, ਉਸ ਦੌਰ ਦੇ ਸਾਰੇ ਖਿਡਾਰੀਆਂ ਦਾ ਜ਼ਿਕਰ ਕੀਤਾ। 56 ਦੀ 올림픽 ਇਹੋ ਜਿਹੀ ਹੋਈ, 60 ਦੀ ਰੋਮ 올림픽 ਕਿਵੇਂ ਹੋਈ, ਮਿਲਖਾ ਸਿੰਘ ਦੀ ਉਹ ਰੇਸ ਦਾ ਵੀ ਇਤਿਹਾਸ ਲਿਖਿਆ ਵੀ ਮਿਲਖਾ ਸਿੰਘ ਦੀ ਰੇਸ ਦਾ ਅਸਲ ਸੱਚ ਕੀ ਆ, ਜਿਹੜਾ ਅਕਸਰ ਕਿਹਾ ਜਾਂਦਾ ਵੀ ਪਿੱਛੇ ਮੁੜ ਕੇ ਦੇਖਿਆ, ਉਹ ਬਿਲਕੁਲ ਝੂਠਾ। ਇਹ ਕਿਤਾਬ ਨੇ ਸਪਸ਼ਟ ਕੀਤਾ, ਕਿਉਂਕਿ ਆਈ ਵਿਟਨੈਸ ਸੀਗੇ, ਰੋਮ ਦੇ ਉਸ ਗਰਾਊਂਡ ਦੇ ਵਿੱਚ ਖੁਦ ਬੈਠੇ ਸੀ ਰੰਧਾਵਾ ਸਾਹਿਬ, ਤੇ ਹੋਰ ਇਹਨਾਂ ਨੇ ਮੈਨੂੰ ਇੰਨੀ ਜਾਣਕਾਰੀ ਦਿੱਤੀ।
ਫਿਰ ਜਦੋਂ ਮੈਂ ਕਿਤਾਬ ਲਿਖੀ ਤਾਂ ਮੈਂ ਸੱਚ ਦੱਸਿਓ ਨਾ, ਫਿਰ ਤੁਹਾਡੇ ਕੋਲ ਆਪ ਦੇ ਆਪ ਸੋਰਸ ਆਉਣ ਲੱਗ ਜਾਂਦੇ। ਮੈਨੂੰ ਫਿਰ ਬਹੁਤ ਖਿਡਾਰੀਆਂ ਦੀ ਇਨਫੋਰਮੇਸ਼ਨ ਆਈ। ਮਹਿੰਦਰ ਗਿੱਲ ਨਾਲ ਮੇਰੀ ਗੱਲ ਹੋਈ ਅਮਰੀਕਾ 'ਚ, ਹੁਣ ਉਹਨਾਂ ਦੇ ਮੈਂ ਕੰਮ ਕਰ ਰਿਹਾ। ਪ੍ਰਵੀਨ ਨਾਲ ਮੇਰੀ ਮੁਲਾਕਾਤ ਹੋਈ, ਪ੍ਰਵੀਨ ਨੇ ਕੰਮ ਕਰ ਰਿਹਾ। ਪ੍ਰਵੀਨ ਜੀ ਤੇ ਕੰਮ ਕਰ ਰਹੇ ਹੋ, ਹਾਲਾਂਕਿ ਟ੍ਰਿਬਿਊਟ ਹੀ ਹੋਏਗਾ ਮੇਰੀ ਟ੍ਰਿਬਿਊਟ ਆ ਵੀ ਉਹਨਾਂ ਦੀ ਬਰਸੀ ਤੋਂ ਪਹਿਲਾਂ ਮੈਂ ਉਹਨਾਂ ਦੀ ਕਿਤਾਬ ਜ਼ਰੂਰ ਲਿਖਣੀ ਹੈ। ਸੈਲੂਟ ਯਾਰ, 1 ਸਾਲ ਦੇ ਅੰਦਰ ਅੰਦਰ। ਫਿਰ ਲਾਭ ਸਿੰਘ ਦੀ ਕਿਤਾਬ ਜ਼ਰੂਰ ਆਈ ਆ, ਪਰ ਲਾਭ ਸਿੰਘ ਚਾਹੁੰਦੇ ਸੀ ਜਿਵੇਂ ਮੈਂ ਖੇਡਾਂ ਦੀ ਕਿਤਾਬਾਂ ਲਿਖੀਆਂ, ਉਹਨਾਂ ਬਾਰੇ ਜਿਨ੍ਹਾਂ ਨੇ ਕਿਤਾਬ ਲਿਖੀ ਆ ਉਹ ਖੇਡ ਸਾਹਿਤ ਬਾਰੇ ਜ਼ਿਆਦਾ ਨਹੀਂ ਜਾਣਦੇ ਸੀ, ਖੇਡਾਂ ਬਾਰੇ ਨਹੀਂ ਜਾਣਦੇ ਸੀ। ਸਾਹਿਤਕ ਕਿਤਾਬ ਹੈਗੀ ਆ, ਪਰ ਉਹ ਕਹਿੰਦੇ ਮੇਰੀ ਖੇਡਾਂ ਬਾਰੇ ਕਿਤਾਬ ਛਪੇ। ਫਿਰ ਮੈਨੂੰ ਨਾ ਜੈਨ ਸਾਹਿਬ ਨੇ ਬਹੁਤ ਕੀਤਾ, ਹਰੀਸ਼ ਜੈਨ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਅਸੀਂ ਯੂਨੀਸਟਾਰ ਵੱਲੋਂ ਇੱਕ ਪਲਾਨ ਕੀਤਾ ਵੀ ਅੱਜ ਕੱਲ੍ਹ ਛੋਟੇ ਬੱਚਿਆਂ ਦੀਆਂ ਕਿਤਾਬਾਂ ਨਹੀਂ ਛਪਦੀਆਂ, ਕਿਉਂਕਿ ਜਦੋਂ ਅਕਸਰ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ, ਖੇਡਾਂ ਨਾਲ ਜੋੜਨਾ, ਉਹਨਾਂ ਦੇ ਲੈਵਲ ਦੀਆਂ ਕਿਤਾਬਾਂ ਨਹੀਂ ਮਿਲਦੀਆਂ। ਬਹੁਤ ਇੰਪੋਰਟੈਂਟ ਪੁਆਇੰਟ ਹੈ। ਜਿਹੜੀ ਕਿਤਾਬ ਲਿਖੀ ਹੈ ਨਾ ਉੱਡਣਾ ਆਵਾਜ਼, ਮੇਰੇ ਖੁਦ ਵੀ ਘਰ ਮੈਂ ਬੱਚਿਆਂ ਨਾਲ ਬੇਟੀਆਂ ਕੋਲੇ ਬੈਠਾ ਹੁੰਨਾ, ਉਹਨਾਂ ਨੂੰ ਵੀ ਕਈ ਪੰਜਾਬੀ ਦੇ ਭਾਰੇ ਸ਼ਬਦ ਸਮਝ ਨਹੀਂ ਆਉਂਦੇ। ਫਿਰ ਉਹਨਾਂ ਨੂੰ ਸ਼ਬਦ ਨਹੀਂ, ਫੋਟੋਆਂ ਜ਼ਿਆਦਾ ਸਮਝ ਆਉਂਦੀਆਂ। ਮੈਨੂੰ ਕਹਿੰਦੇ ਬੱਚਿਆਂ ਦੇ ਐਂਗਲ ਤੋਂ ਛੋਟੀਆਂ ਬਾਇਓਗ੍ਰਾਫੀਆਂ ਚਾਹੀਦੀਆਂ। ਇਹ 300 ਪੇਜ ਦੀ ਕਿਤਾਬ ਉਹੀ ਪੜ੍ਹੂ ਜਿਹਨੂੰ ਲਿਟਰੇਚਰ ਦਾ ਸ਼ੌਂਕ ਆ, ਪਰ ਇੱਕ ਬੱਚਾ ਆਮ ਵੱਡੀ ਕਿਤਾਬ ਖੋਲੇਗਾ ਨਹੀਂ, ਪੜ੍ਹੇਗਾ ਉਹ। ਕਹਿੰਦੇ ਮੈਨੂੰ ਕਹਿੰਦੇ ਨਾ ਹੁਣ ਤੂੰ ਕੰਮ ਕਰ ਨਵਦੀਪ, ਮੈਂ ਇਨਫੋਰਮੇਸ਼ਨ ਨਾਲ ਜੁੜਿਆ ਤੇ ਤੁਸੀਂ ਸ਼ੁਰੂ 'ਚ ਗੱਲ ਕੀਤੀ। ਟੋਕੀਓ 올림픽 ਸਾਡਾ ਹਾਕੀ ਦਾ ਮੈਡਲ ਆਇਆ। ਹਾਕੀ ਮੇਰੀ ਫਸਟ ਲਵ ਆ, ਮੇਰੀ ਹਾਕੀ ਐਥਲੈਟਿਕਸ ਨੂੰ ਮੈਂ ਬਹੁਤ ਪਿਆਰ ਕਰਦਾ। ਹਾਕੀ ਜਦੋਂ 올림픽 ਦਾ ਮੈਡਲ ਆਇਆ ਨਾ, ਮੈਨੂੰ ਜੈਨ ਸਾਹਿਬ ਦਾ ਫੋਨ ਆਇਆ, ਕਹਿੰਦੇ ਨਵਦੀਪ ਇਹ ਉੱਡਣਾ ਆਵਾਜ਼ ਦੇ ਸ਼ਬਦ ਦੌਰਾਨੀ ਮੈਨੂੰ ਕਹਿੰਦੇ ਯਾਰ ਵੀ ਜਿੰਨੇ ਹਾਕੀ ਦੇ ਮੁੰਡੇ ਆ ਨਾ 19 ਮੁੰਡੇ ਖੇਡਣ ਗਏ ਆ, ਮਨਪ੍ਰੀਤ ਨੂੰ, ਹਰਮਨ ਨੂੰ, ਰੁਪਿੰਦਰ ਨੂੰ ਜਾਣਦੇ ਆ, ਪਰ ਇਹਨਾਂ ਦੀ ਡਿਟੇਲ ਕੋਈ ਨਹੀਂ ਜਾਣਦਾ ਵੀ ਸ਼ਮਸ਼ੇਰ ਅਟਾਰੀ ਦਾ ਗਾ, ਮਤਲਬ ਕਿ ਜਾਂ ਸਿਮਰਨਜੀਤ ਕਿਹੜੇ ਪਿੰਡ ਦਾ ਗਾ, ਵੀ ਕਿਹੜਾ ਕਿੱਥੋਂ ਤੋਂ ਬਿਲੋਂਗ ਕਰਦਾ ਗਾ, ਕੀ ਉਹਦਾ ਜਨਮ ਹੋਇਆ, ਕਿੱਥੋਂ ਸ਼ੁਰੂਆਤ ਕੀਤੀ, ਉਹਦੇ ਫਾਦਰ ਕੀ ਕਰਦੇ ਆ, ਉਹਦਾ ਕੀਤਾ ਕੀ ਆ, ਛੋਟੀਆਂ ਇਨਫੋਰਮੇਸ਼ਨ ਚਾਹੀਦੀਆਂ, ਡਿਟੇਲ ਨਹੀਂ ਚਾਹੀਦੀ। ਮਤਲਬ ਕਿ ਕਹਿੰਦੇ ਉਹਨਾਂ ਬਾਰੇ ਹਜੇ ਉਹਨਾਂ ਨੇ ਕੈਰੀਅਰ ਖੇਡਣਾ। ਰੰਧਾਵਾ ਸਾਹਿਬ ਦਾ ਕੈਰੀਅਰ ਕੰਪਲੀਟ ਹੋ ਚੁੱਕਾ, ਉਹ CRPF ਚ ਰਿਟਾਇਰ ਹੋ ਚੁੱਕੇ ਹੋ, ਪਰ ਇਹਨਾਂ ਦਾ ਕੈਰੀਅਰ ਬਣ ਰਿਹਾ। ਪਰ ਇਹਨਾਂ ਬਾਰੇ ਬਰੀਫ ਇਨਫੋਰਮੇਸ਼ਨ ਦੀ ਲੋੜ ਆ। ਬਈ ਮੇਰੇ ਕੋਲੇ ਵਕਤ 1 ਮਿੰਟ ਦਾ, ਮੈਂ 1 ਮਿੰਟ ਦੀ ਗੱਲ ਕਰਾਂਗਾ। ਫਿਰ ਟੋਕੀਓ 올림픽 ਦੇ ਜਿਹੜੇ 19 ਖਿਡਾਰੀ ਆ, ਉਹਨਾਂ ਬਾਰੇ ਮੈਂ ਕਿਤਾਬ ਲਿਖੀ, ਜਿਹਦੇ ਵਿੱਚ ਸਾਰੇ ਖਿਡਾਰੀਆਂ ਦੇ ਰੇਖਾ ਚਿੱਤਰ ਆ। ਟੋਕੀਓ 올림픽 ਦੇ ਸਾਡੇ ਹਾਕੀ ਖਿਡਾਰੀ, ਇਹ ਰੰਗਦਾਰ ਕਿਤਾਬ ਆ, ਸਾਰੇ ਖਿਡਾਰੀਆਂ ਦੀ ਜੀਵਨੀਆਂ। ਫਿਰ ਟੋਕੀਓ 올림픽 ਚ ਨੀਰਜ ਚੋਪੜਾ ਦਾ ਮੈਡਲ ਆਉਂਦਾ ਗੋਲਡ। ਮੈਨੂੰ ਲੋਕ ਗੀਤ ਵਾਲੇ ਕਹਿੰਦੇ ਨੀਰਜ ਚੋਪੜਾ ਦੀ ਬਾਇਓਗ੍ਰਾਫੀ ਚਾਹੀਦੀ ਆ। ਕਿਤਾਬ ਦਾ ਟਾਈਟਲ ਵੀ ਬੜਾ ਕਮਾਲ ਹੈ, ਨੀਰਜ ਚੋਪੜਾ ਨੇ ਦੁਨੀਆ ਦਾ ਧਿਆਨ ਖਿੱਚਿਆ, ਗੋਲਡਨ ਬॉय। ਫਿਰ ਮੈਂ ਹੁਣ ਰੀਸੈਂਟ ਜਿਹੜੀ ਮੇਰੀ ਕਿਤਾਬ ਰਿਲੀਜ਼ ਹੋਈ ਹੈ 7ਵੀਂ ਕਿਤਾਬ, ਉਹ ਨੀਰਜ ਚੋਪੜਾ, ਤੇ ਮੈਂ ਨੀਰਜ ਚੋਪੜਾ ਦੀ 7ਵੀਂ ਕਿਤਾਬ ਲਿਖੀ ਆ। ਆਪਦੇ ਆਪ ਨੂੰ ਮੈਂ 7ਵੇਂ ਸਮਾਨ ਤੇ ਮਹਿਸੂਸ ਕਰ ਰਿਹਾਗਾ ਇਹ ਲਿਖ ਕੇ। ਹੁਣ ਮੈਨੂੰ ਜੈਨ ਸਾਹਿਬ ਕਹਿੰਦੇ 2 ਕਿਤਾਬਾਂ ਮੈਂ ਹੋਰ ਮੇਰੀਆਂ ਪਬਲਿਸ਼ ਹੋ ਰਹੀਆਂ। ਇੱਕ ਮੈਂ ਅਭਿਨਵ ਬਿੰਦਰਾ ਦੀ ਬਾਇਓਗ੍ਰਾਫੀ ਲਿਖੀ ਆ, ਕਿਉਂਕਿ ਅਭਿਨਵ ਬਿੰਦਰਾ ਪਹਿਲਾ ਗੋਲਡਨ ਬॉय ਆ, ਤੇ ਇੱਕ ਮੈਂ ਹੁਸੈਨ ਬੋਲਟ ਦੀ, ਕਿਉਂਕਿ ਮੇਰੀ ਬੀਜ਼ਿੰਗ ਦੇ ਵਿੱਚ ਹੁਸੈਨ ਬੋਲਟ ਨਾਲ ਬਹੁਤ ਦੋਸਤੀ ਪੈ ਗਈ ਸੀ। ਮੈਂ 2 ਵਾਰੀ ਉਹਨੂੰ ਮਿਲਿਆ, ਤੇ ਹੁਸੈਨ ਬੋਲਟ ਬਹੁਤ ਮਤਲਬ ਫਰਾਟਾ ਦੌੜ ਦਾ ਕਿੰਗ, ਜਿਹਨੇ 3 올림픽 ਚ 9 ਗੋਲਡ ਜਿੱਤੇ, ਅੱਜ ਤੱਕ 100 ਮੀਟਰ ਦਾ 200 ਦਾ ਰਿਕਾਰਡ ਨਹੀਂ ਟੁੱਟਿਆ ਉਹਦਾ। ਤੇ ਮੈਂ ਹੁਸੈਨ ਬੋਲਟ ਨੇ ਮਿੱਥਾਂ ਤੋੜੀਆਂ। ਇੱਕ ਮੈਂ ਹੁਸੈਨ ਬੋਲਟ ਦੀ ਬਾਇਓਗ੍ਰਾਫੀ ਲਿਖੀ ਆ। ਮੈਨੂੰ ਥੋੜਾ ਉਹਨਾਂ ਨੇ ਕਿਹਾ ਫੋਰਨ ਪਲੇਅਰਸ ਜ਼ਰੂਰ ਲਿਖੋ, ਚਾਹੇ ਸਰੇਨਾ ਵਿਲੀਅਮ ਆ, ਚਾਹੇ ਰੋਨਾਲਡੋ ਆ, ਚਾਹੇ ਮੈਰਾਡੋਨਾ ਗਾ। ਤੇ ਹੁਣ ਮੈਂ 2 ਕਿਤਾਬਾਂ ਮੇਰੀਆਂ ਪਬਲਿਸ਼ਿੰਗ ਅਧੀਨ ਆ, ਹੁਸੈਨ ਬੋਲਟ ਤੇ ਅਭਿਨਵ ਬਿੰਦਰਾ। ਉਸ ਤੋਂ ਬਾਅਦ ਮੈਂ ਮਹਿੰਦਰ ਗਿੱਲ ਤੇ ਲਾਭ ਸਿੰਘ, ਤੇ ਉਦੋਂ ਪਹਿਲਾਂ ਮੈਂ ਪ੍ਰਵੀਨ, ਇਹ ਬਾਇਓਗ੍ਰਾਫੀਜ਼ ਤੇ ਕੰਮ ਕਰ ਰਿਹਾ ਆਲਰੇਡੀ। ਬਾਈ ਬਹੁਤ ਸ਼ੁਭ ਇੱਛਾਵਾਂ ਥੈਂਕ ਯੂ ਤੁਹਾਡੇ ਫਿਊਚਰ ਪ੍ਰੋਜੈਕਟ ਦੇ ਲਈ। ਹਾਲਾਂਕਿ ਵਕਤ ਨੇ ਸਾਨੂੰ ਥੋੜਾ ਜਿਹਾ ਬੰਦਿਸ਼ ਦੇ ਵਿੱਚ ਰੱਖਿਆ, ਪਰ ਉਹ ਭਾਈ ਵਕਤ ਦੇ ਤਾਂ ਭਾਈ 60 ਮਿੰਟ ਚ ਹਾਕੀ ਦਾ ਮੈਚ ਖਤਮ ਕਰਨਾ ਹੁੰਦਾ, ਕਿੰਨੇ ਗੋਲ ਕਰਦੇ ਤੁਹਾਡੇ ਤੇ ਡਿਪੈਂਡ ਆ। ਉਹ ਮੈਂ 60 ਮਿੰਟ ਐਕਸਟਰਾ ਟਾਈਮ ਚ ਮੈਚ ਬਹੁਤ ਘੱਟ ਜਾਂਦਾ। ਬਿਲਕੁਲ, ਆ ਬੜੀ ਕਮਾਲ ਦੀ ਗੱਲ ਦੇ ਨਾਲ ਅਸੀਂ ਅੱਜ ਤੁਹਾਡੇ ਤੋਂ ਵਿਦਾਈ ਲੈ ਰਹੇ ਹਾਂ। ਮੈਨੂੰ ਤੇ ਬਾਈ ਨਵਦੀਪ ਸਿੰਘ ਗਿੱਲ ਹੋਰਾਂ ਨੂੰ ਸਾਡੇ ਵੱਲੋਂ, ਜਸ ਟੀਮ ਵੱਲੋਂ ਸ਼ੁਭ ਇੱਛਾਵਾਂ, ਤੇ ਤੁਹਾਡੇ ਸਾਰਿਆਂ ਤੋਂ ਵਿਦਾਈ। ਸਾਹਿਤ ਦੀ ਤੰਦ ਫਿਰ ਕਿਸੇ ਹੋਰ ਰੰਗਲੇ ਸੱਜਣ ਦੇ ਨਾਲ ਪਾਵਾਂਗੇ, ਤੇ ਤੁਹਾਡਾ ਸਾਹਿਤ ਦੇ ਨਾਲ ਵਾਸਤਾ ਇਸੇ ਤਰੀਕੇ ਨਾਲ ਬਣਾਈ ਰੱਖਾਂਗੇ। ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।